ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਾਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਹਾਂਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ। ਭਾਈ ਪ੍ਰਭਾਤ ਆਏ ਪੁਨ ਦੋ। ਲੱਗੇ ਬਨਾਵਨ ਥਲ ਪਿਖ ਸੋ। ਨੀਕੀ ਰੀਤ ਸੁਧਾਰਨ ਕਰੇ। ਪੰਕ ਈਟਕਾ ਪੰਕਤ ਜਰੇ। ਭਾਈ ਪ੍ਰਭਾਤ ਆਏ ਪੁਨ ਦੋ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ। ਧੰਨ 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 ਸਤਿਗੁਰੂ ਗਰੀਬ ਨਵਾਜ ਅੰਤਰਜਾਮੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਕੋਈ ਰਸਨਾ ਵਾਂਝੀ ਨਾ ਰਹੇ। ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀ। ਆਪਾਂ ਸਾਰਿਆਂ ਦੇ ਵੱਡੇ ਭਾਗ ਹਨ ਜੋ ਆਪ ਜੀ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆ ਕੇ ਬੈਠੇ ਹੋ। ਕੁਝ ਇਸ ਇਲਾਕੇ ਦੀਆਂ ਸੰਗਤਾਂ ਹਨ, ਕੁਝ ਦੂਰੋਂ ਆ ਕੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਕੇ ਬੈਠੇ ਹੈ। ਸਾਰਿਆਂ 'ਤੇ ਗੁਰੂ ਸਾਹਿਬ ਕਿਰਪਾ ਕਰਨ। ਕੁਝ ਸਮਾਂ ਆਪਾਂ ਗੁਰੂ ਜੀ ਦਾ ਪਵਿੱਤਰ ਇਤਿਹਾਸ ਸੁਣਨਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਲੜੀਵਾਰ ਕਥਾ ਚੱਲ ਰਹੀ ਹੈ।
ਸ਼੍ਰੀ ਗੁਰੂ ਅਮਰਦਾਸ ਸਾਹਿਬ ਕਿਰਪਾ ਕਰਨ। ਕਥਾ ਕਰਦਿਆਂ ਤੇ ਸੁਣਦਿਆਂ ਸਾਡੀਆਂ ਸੁਰਤੀਆਂ ਮਹਾਰਾਜ ਆਪਣੇ ਚਰਨਾਂ ਦੇ ਵਿੱਚ ਹੀ ਲੈ ਜਾਣ ਜੀ। ਐਸੀ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਸਹਿਤ ਕੋਈ ਰਸਨਾਵਾਂ ਜੀ ਨਾ ਰਹੇ। ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ ਇੱਕ ਲੋਹਾਰ ਤਹ ਕਾਰ ਕਰਤ ਹੈ, ਹਾਂਜੀ। ਕਾਠਨ ਕੀ ਪੌੜੀ ਸੋ ਕਰਤ ਹੈ। ਹਜੂਰ ਮਹਾਰਾਜ ਗਰੀਬ ਨਵਾਜ਼ ਜੀ ਦੀ ਨਗਰੀ ਗੋਇੰਦਵਾਲ ਸਾਹਿਬ ਵਿੱਚ ਇੱਕ ਲੋਹਾਰ ਹੈ ਜੀ, ਜਿਹੜਾ ਲੱਕੜ ਦੀਆਂ ਪੌੜੀਆਂ ਬਣਾ ਕੇ ਲੋਕਾਂ ਨੂੰ ਦਿੰਦਾ ਹੈ ਜੀ। ਹਾਂਜੀ। ਅਪਰਕਾਰ ਜੋ ਹੋਏ ਸੋ ਕਰਹੀ। ਹੋਰ ਉਹਨੂੰ ਕੋਈ ਜਿਹੜਾ ਕੰਮ ਮਿਲ ਪਵੇ, ਉਹ ਲੋਹਾਰ ਬੜੇ ਨੇਕ ਸੁਭਾਅ ਦਾ। ਕਈਆਂ ਦੇ ਅੰਦਰ ਰੂਹ ਬੜੀ ਭਲੀ ਹੁੰਦੀ ਜੀ, ਕਈਆਂ ਦੇ ਅੰਦਰ ਦੀ ਰੂਹ ਹੋਰ ਤਰ੍ਹਾਂ ਦੀ ਹੁੰਦੀ ਹੈ। ਬੜੇ ਭਲੇ ਸੁਭਾਅ ਦਾ ਸੀਗਾ। ਜਿਹੜਾ ਕੋਈ ਉਹਨੂੰ ਹੋਰ ਕੋਈ ਕੰਮ ਕਹਿੰਦਾ ਉਹ ਕਰ ਦਿੰਦਾ ਜੀ। ਹਾਂਜੀ। ਕਾਸ਼ਟ ਲੋਹਾ ਨਿਜ ਘਰ ਕਰਹੀ। ਲੱਕੜ ਹੋਵੇ, ਲੋਹਾ ਹੋਵੇ, ਆਪਣੇ ਹੱਥ ਨਾਲ ਘੜ ਲੈਂਦਾ ਸੀਗਾ, ਤਿਆਰ ਕਰ ਲੈਂਦਾ ਸੀਗਾ ਜੀ। ਉਹ ਲੋਹਾਰ ਸੀ ਨਾ ਜੀ। ਲੋਹਾਰ ਦਾ ਮੁੱਖ ਕੰਮ ਲੋਹੇ ਦਾ ਹੁੰਦਾ ਜੀ। ਹਾਂਜੀ। ਜਲ ਕੇ ਨਿਕਟ ਸਪਤ ਸੌ ਪਾਨ। ਉਹਨੇ ਫਿਰ ਵੇਖਿਆ ਤੇ ਸਾਧ ਸੰਗਤ ਜੀ ਉਸ ਸਮੇਂ ਬੌਲੀ ਸਾਹਿਬ ਵਿੱਚੋਂ ਜਲ ਕੱਢਣ ਵਾਸਤੇ 7 ਪੌੜੀਆਂ ਬਣਾ ਕੇ ਦਿੱਤੀਆਂ ਲੱਕੜ ਦੀਆਂ ਜੀ। ਲਾਏ ਕਾਠ ਤਿਨ ਰਚੀ ਮਹਾਨ। ਬੜੀ ਵਧੀਆ ਲੱਕੜ ਲਾ ਕੇ ਦਿੱਤੀ, ਬੜੀਆਂ ਵਧੀਆ ਪੌੜੀਆਂ ਬਣਾ ਕੇ ਦਿੱਤੀਆਂ ਉਹਨੇ। ਕਿੰਨੀਆਂ ਬਣਾਈਆਂ ਜੀ? 7। ਹਾਂਜੀ। ਜਿਸ ਤੇ ਜਲ ਸੁਖੇ ਨਹੀਂ ਲੈ। ਜਿਹਦੇ ਨਾਲ ਜਲ ਸੌਖਾ ਹੀ ਲਿਆ ਜਾਂਦਾ ਸੀਗਾ ਜੀ। ਜਲ ਸੌਖਾ ਲਿਆ ਜਾਵੇ, ਇਸ ਹਿਸਾਬ ਦੇ ਨਾਲ ਉਹਨੇ ਪੌੜੀਆਂ ਬਣਾ ਕੇ ਦਿੱਤੀਆਂ ਜੀ। ਹਾਂਜੀ। ਨਾਹਨ ਪਾਨ ਜੋ ਚਾਹੇ ਕਰੇ। ਇਸ਼ਨਾਨ ਪਾਨ ਕਰਨਾ ਵੀ ਸੌਖਾ ਹੋ ਗਿਆ ਜੀ ਉਹਨਾਂ ਪੌੜੀਆਂ ਦੇ ਨਾਲ। ਹਾਂਜੀ। ਤਿਸ ਕੀ ਕ੍ਰਿਤ ਹੇਰ ਗੁਰ ਪੂਰੇ। ਗੁਰੂ ਸਾਹਿਬ ਜੀ ਨੇ ਉਹਦਾ ਪਿਆਰ ਵੇਖਿਆ। ਇਹਨੇ ਉਹ ਵਸਤੂ ਭੇਟਾ ਕੀਤੀ ਜਿਹਦੀ ਲੋੜ ਸੀਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਇਸ ਗੱਲ ਦਾ ਧਿਆਨ ਰੱਖਣਾ, ਜਿਸ ਵਸਤੂ ਦੀ ਜ਼ਰੂਰਤ ਹੋਵੇ ਉਹ ਵਸਤੂ ਭੇਟਾ ਕਰਨ ਵਾਲੇ ਉੱਤੇ ਮਹਾਰਾਜ ਖੁਸ਼ ਹੁੰਦੇ ਆ ਜੀ। ਮਹਾਰਾਜ ਨੇ ਉਹਦਾ ਕਾਰਜ ਵੇਖਿਆ ਜੀ। ਹਾਂਜੀ। ਸੋ ਪ੍ਰਸੰਨ ਬੁਲਵਾਏ ਹਦੂਰੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਕੋਲ ਸੱਦਿਆ ਆਪਣੇ ਜੀ, ਗੁਰੂ ਅਮਰਦਾਸ ਜੀ ਨੇ। ਹਾਂਜੀ। ਸੁਨ ਆਇਸ ਕੋ ਤਤ ਛਿਨ ਆਵਾ। ਮਹਾਰਾਜ ਜੀ ਦਾ ਹੁਕਮ ਮੰਨ ਕੇ ਉਹ ਤਤਕਾਲ ਹੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਇਆ ਜੀ। ਕੌਣ ਜੀ? ਲੋਹਾਰ। ਹਾਂਜੀ। ਬੜ ਭਾਗੀ ਚਰਨਨ ਸਿਰ ਲਾਵਾ। ਤੇ ਆ ਕੇ ਬੜੇ ਪ੍ਰੇਮ ਨਾਲ ਉਹਨੇ ਮੱਥਾ ਟੇਕਿਆ ਮਹਾਰਾਜ ਜੀ ਨੂੰ। ਬੜੀ ਨਿਮਰਤਾ ਵਾਲਾ, ਬੜਾ ਭਲੇ ਸੁਭਾਅ ਦਾ। ਜੇ ਰੱਬ ਮਿਹਰ ਕਰੇ ਕਿਸੇ ਨੂੰ ਚੰਗਾ ਸੁਭਾਅ ਮਿਲ ਜੇ ਤਾਂ ਵਾਹਿਗੁਰੂ ਦਾ ਸ਼ੁਕਰ ਹੀ ਕਰੇ ਜੀ। ਬੜਾ ਵਧੀਆ ਸੁਭਾਅ ਜੀ ਉਹਦਾ। ਹਾਂਜੀ। ਤਿਸ ਕੇ ਮਸਤਕ ਧਰ ਕਰ ਹਾਥ। ਗੁਰੂ ਸਾਹਿਬ ਜੀ ਨੇ ਉਹਦੀ ਸੇਵਾ ਤੇ ਨਿਮਰਤਾ ਵੇਖ ਕੇ ਨਾ ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਉਹਦੇ ਸਿਰ ਤੇ ਹੱਥ ਰੱਖ ਦਿੱਤਾ ਜੀ। ਹੁਣ ਤੁਸੀਂ ਅੰਦਾਜ਼ਾ ਲਾਓ, ਜਿਹਨੂੰ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਜਿਹਦੇ ਤੇ ਮਿਹਰ ਕੀਤੀ ਹੋਵੇ, ਜਿਹਦੇ ਸਿਰ ਤੇ ਹੱਥ ਰੱਖਿਆ ਹੋਵੇ, ਪਿਆਰਿਓ ਨੂੰ ਹੋਰ ਕਿਸੇ ਚੀਜ਼ ਦੀ ਲੋੜ ਹੈ ਜੀ? ਮਹਾਰਾਜ ਨੇ ਉਹਦੇ ਸਿਰ ਤੇ ਹੱਥ ਰੱਖਿਆ। ਹਾਂਜੀ। ਮੰਤਰ ਸੋ ਸਤਨਾਮ ਦੀਏ ਨਾਥ। ਤੇ ਮਹਾਰਾਜ ਕਹਿਣ ਲੱਗੇ, ਪਿਆਰਿਆ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਤੇ ਲਓ ਜੀ, ਮਹਾਰਾਜ ਨੇ ਕੇਵਲ ਕਿਹਾ ਹੀ ਨਹੀਂ, ਉਹਦੇ ਹਿਰਦੇ 'ਚ ਨਾਮ ਦਾ ਕਿਣਕਾ ਟਿਕਾ ਦਿੱਤਾ ਜੀ। ਨਾਮ ਦੀ ਕਣੀ ਜਿਹੜੀ ਹੈ ਨਾ, ਉਹ ਮਹਾਰਾਜ ਨੇ ਉਹਨੂੰ ਦੇ ਦਿੱਤੀ ਜੀ। ਤੇ ਜਦੋਂ ਨਾਮ ਦੀ ਕਣੀ ਦਿੱਤੀ
ਉਹ ਨਿਹਾਲ ਹੋ ਗਿਆ ਜੀ। ਹੁਣ ਉਹ ਲੋਹਾਰ ਨਾ ਰਿਹਾ ਜੀ। ਹਾਂਜੀ, ਸੰਤ ਸਧਾਰ ਨਾਮ ਧਰਿਓ ਤਿਹ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਪਿਆਰਿਆ ਅੱਜ ਤੋਂ ਬਾਅਦ ਤੇਰਾ ਨਾਮ ਹੈ ਸੰਤ ਸਧਾਰਨ। ਸਧਾਰਨ ਸੰਤ ਨਹੀਂ ਜੀ, ਸੰਤ ਸੁਧਾਰਨ। ਇਹਦਾ ਭਾਵ ਸੀ ਲੋਕਾਂ ਨੂੰ ਸੁਧਾਰਨ ਵਾਲਾ ਸੰਤ। ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਤੂੰ ਸੰਤ ਹੋ ਗਿਆ। ਪਿਆਰਿਓ, ਲੋਕੀ ਨਿੰਦਾ ਕਰਦੇ ਆ ਕਿ ਇਹ ਸੰਤ ਸ਼ਬਦ ਹੋਣੀ ਚੱਲਿਆ। ਕੋਈ ਸੰਤ ਅਤਰ ਸਿੰਘ ਜੀ ਦੀ ਨਿੰਦਿਆ ਕਰੀ ਜਾਂਦਾ ਹੈ, ਕੋਈ ਕਿਸੇ ਮਹਾਂਪੁਰਖ ਬੰਦਗੀ ਵਾਲੇ ਦੀ ਨਿੰਦਿਆ ਕਰੀ ਜਾਂਦਾ ਹੈ। ਪਰ ਦਾਸ ਬੇਨਤੀ ਕਰੇ, ਗੁਰੂ ਸਾਹਿਬ ਆਪ ਜਿਹਦੇ ਤੇ ਬਖਸ਼ਿਸ਼ ਕਰਦੇ ਸੀ ਉਹਨੂੰ ਸੰਤ ਬਣਾ ਦਿੰਦੇ ਸੀਗੇ ਜੀ। ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਮਹਾਰਾਜ ਕਹਿਣ ਲੱਗੇ ਤੇਰਾ ਨਾਮ ਸੰਤ ਸਧਾਰਨ ਹੈ। ਹਾਂਜੀ, ਪ੍ਰਾਪਤ ਹਿਰਦੈ ਪ੍ਰਕਾਸ਼ ਲਹਿਓ ਜਿਹੇ। ਉਹਦੇ ਹਿਰਦੇ ਵਿੱਚ ਗਿਆਨ ਪੈਦਾ ਹੋ ਗਿਆ ਜੀ। ਹਿਰਦੇ ਵਿੱਚ ਚਾਨਣ ਹੋ ਗਿਆ ਵਾਹਿਗੁਰੂ ਜੀ ਦੇ ਨਾਮ ਦਾ। ਹਾਂਜੀ, ਸੇਵ ਭਰੀ ਸਭ ਥਾਏ ਤੁਮਾਰੀ। ਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿ ਰਹੇ ਆ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਭਾਈ ਪਿਆਰਿਆ, ਹੁਣ ਤੇਰੀ ਸੇਵਾ ਥਾਂ ਪੈ ਗਈ ਹੈ। 1 ਮਿੰਟ ਲਈ ਬੇਨਤੀ ਕਰਾਂਗਾ, ਅੰਦਰ ਪ੍ਰੇਮ ਨਹੀਂ ਹੈ। ਕਈ ਵਾਰੀ ਸਾਰੀ ਜ਼ਿੰਦਗੀ ਵੀ ਬੰਦਾ ਸੇਵਾ ਕਰਦਾ ਰਹਿੰਦਾ ਪਰ ਥਾਂ ਨਹੀਂ ਚ ਪੈਂਦੀ ਜੀ। ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਮਹਾਰਾਜ ਕਹਿੰਦੇ ਤੇਰੀ ਸੇਵਾ ਥਾਂ ਪੈ ਗਈ, ਪ੍ਰਵਾਨ ਹੋ ਗਈ। ਕਹਿਣ ਲੱਗੇ ਹਾਂਜੀ, ਜਾਏ ਰਹੋ ਅਬ ਗ੍ਰਹਿ ਮਝਾਰੀ। ਜਾ ਭਾਈ ਹੁਣ ਆਪਣੇ ਘਰ ਵਿੱਚ ਜਾ ਕੇ ਬੈਠ। ਹਾਂਜੀ, ਕਰੋ ਭਜਨ ਬੈਠੇ ਸੁਖ ਪਾਵੋ। ਤੇ ਘਰ ਵਿੱਚ ਬਹਿ ਕੇ ਕਰਨਾ ਕੀ ਹੈ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ ਭਜਨ ਕਰ, ਸੁੱਖ ਮਿਲੇਗਾ ਤੈਨੂੰ। ਸੁੱਖ ਵਾਸਤੇ ਬੰਦਾ ਭੱਜਾ ਫਿਰਦਾ ਜੀ। ਹਾਂਜੀ, ਲੈਣ ਦੇਣ ਕੋ ਕਹੂੰ ਨਾ ਜਾਵੋ। ਵਾਹ ਵਾਹ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਕੁਝ ਕਿਤੇ ਕੰਮ ਕਰਨ ਨਹੀਂ ਜਾਣਾ, ਕੋਈ ਲੈਣ ਦੇਣ ਨਹੀਂ ਕਰਨਾ। ਤੂੰ ਘਰ ਬੈਠ, ਪਰਮੇਸ਼ਰ ਦਾ ਨਾਮ ਜਪ, ਬੈਠਿਆਂ ਹੀ ਸਾਰਾ ਕੁਝ ਆ ਜਾਏਗਾ ਜੀ। ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੇ ਥੱਕ ਪਾਹੇ, ਕਈ ਕੋਟ ਕੀਏ ਤਨਵੰਤ, ਕਈ ਕੋਟ ਮਾਇਆ ਮਹਿ ਚਿੰਤ। ਜਹ ਜਹ ਪਾਣਾ ਤਹ ਤਹ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹੱਥੇ। ਰੱਬ ਦੇ ਹੱਥ 'ਚ ਹੈ, ਜਿਹਨੂੰ ਮਰਜ਼ੀ ਬਿਠਾ ਦਵੇ, ਜਿਹਨੂੰ ਮਰਜ਼ੀ ਕੰਮੇ ਲਾ ਦਵੇ ਜੀ। ਮਹਾਰਾਜ ਕਹਿੰਦੇ ਹੁਣ ਤੂੰ ਬਹਿ ਜਾ, ਬੈਠਾ ਹੀ ਆਨੰਦ ਲੈ, ਕੰਮ ਵਾਹਿਗੁਰੂ ਭਜਨ ਕਰ। ਕਹਿਣ ਲੱਗੇ ਹਾਂਜੀ, ਹੋਏ ਨਿਹਾਲ ਗੁਰ ਕੋ ਬਚਮਾਨਾ। ਉਹ ਫਿਰ ਮਹਾਰਾਜ ਦਾ ਬਚਨ ਮੰਨਿਆ ਜੀ ਉਹਨੇ। ਆਪਣੇ ਘਰ ਬੈਠ ਗਿਆ ਤੇ ਸੰਤ ਸਧਾਰਨ ਨੇ ਜਪਿਆ ਵਾਹਿਗੁਰੂ ਜੀ ਦਾ ਨਾਮ, ਸੁਖ ਪ੍ਰਾਪਤ ਕੀਤਾ ਜੀ ਉਹਨੇ। ਹਾਂਜੀ, ਸਤਨਾਮ ਨਿਤ ਸਿਮਰਨ ਠਾਨਾ। ਹਰ ਰੋਜ਼ ਜਪਿਆ ਕਰੇ ਸਤਨਾਮ ਸ੍ਰੀ ਵਾਹਿਗੁਰੂ, ਜਪਿਆ ਕਰੇ ਪਰਮੇਸ਼ਰ ਦਾ ਨਾਮ। ਹਾਂਜੀ, ਗ੍ਰਹਿ ਨਿਜ ਗਇਓ ਭਇਓ ਸੁਖ ਵਾਸੀ। ਤੇ ਸੰਗਤ ਜੀ, ਉਹ ਫਿਰ ਗੁਰੂ ਦੀ ਮਿਹਰ ਨਾਲ ਬਚਨ ਮੰਨ ਕੇ ਘਰ ਪਹੁੰਚ ਗਿਆ। ਸੁੱਖ ਹੀ ਮਿਲਿਆ ਜੀ ਉਹਨੂੰ, ਫਿਰ ਖੇਚਲ ਨਹੀਂ ਕਰਨੀ ਪਈ ਜੀ। ਰੱਬ ਦੀ ਮਿਹਰ ਹੋਵੇ ਫਿਰ ਗੱਲ ਬਣਦੀ ਜੇ, ਨਹੀਂ ਤੇ ਮੈਨੂੰ ਮਾਫ ਕਰਿਓ, ਥੋੜੀ ਥੋੜੀ ਮਾਇਆ ਵਾਸਤੇ ਬੰਦੇ ਤਰਸਦੇ ਵੇਖੇ ਜੀ, ਤਰਸਦੇ ਵੇਖੇ ਜੀ। ਤੇ ਜਿਨ੍ਹਾਂ ਨਾਮ ਜਪਿਆ ਨਾ ਜੀ, ਉਹਨਾਂ ਦੇ ਖਜ਼ਾਨੇ ਭਰੇ ਹੋਏ ਵੀ ਵੇਖੇ ਜੀ। ਹਾਂਜੀ, ਪਾਇਓ ਆਨੰਦ ਬਿਲੰਦ ਅਨਾਸ਼ੀ। ਕਹਿੰਦੇ ਫਿਰ ਉਹਨੇ ਆਨੰਦ ਹੀ ਪ੍ਰਾਪਤ ਕੀਤਾ ਜੀ। ਉੱਤਮ ਆਨੰਦ ਦੀ ਅਵਸਥਾ ਸੰਤ ਸਧਾਰਨ ਨੂੰ ਪ੍ਰਾਪਤ ਹੋਈ। ਕੀਤਾ ਕੀ ਜੀ? ਬਸ ਪੌੜੀਆਂ ਹੀ ਬਣਾ ਕੇ ਦਿੱਤੀਆਂ ਜੀ। ਹਾਂਜੀ, ਇੱਥੇ ਕੋਈ ਨਹੀਂ ਪਤਾ ਪਿਆਰਿਓ ਕਿਹੜੇ ਤੇ ਕਿਹੜੇ ਸਮੇਂ ਕਿਹੜੀ ਬਖਸ਼ਿਸ਼ ਹੋ ਜਾਣੀ ਹੈ ਜੀ। ਹਾਂਜੀ, ਦੋਹਰਾ
ਹਿਤ ਗੰਗਾ ਇਸ਼ਨਾਨ ਕੇ ਸੰਗ ਚੱਲਿਓ ਬਹੁ ਜਾਤ। ਹਜੂਰ ਗਰੀਬ ਨਵਾਜ ਮਹਾਰਾਜ ਗੋਇੰਦਵਾਲ ਸਾਹਿਬ ਸੰਗਤਾਂ ਨੂੰ ਤਾਰ ਰਹੇ ਹੈ। ਉਧਰ ਇੱਕ ਸੰਗ ਤੁਹਾਨੂੰ ਪਤਾ ਹੋਏਗਾ, ਕਈ ਲੋਕ ਇਕੱਠੇ ਹੋ ਕੇ ਜਦੋਂ ਜਾਣ ਉਹਨੂੰ ਸੰਗ ਕਹਿੰਦੇ ਆ ਜੀ। ਇੱਕ ਸੰਗ ਹਰਿਦੁਆਰ ਜਾ ਰਿਹਾ ਸੀਗਾ ਗੰਗਾ ਜੀ ਦੇ ਇਸ਼ਨਾਨ ਕਰਨ। ਹਾਂਜੀ। ਤਿਸੀ ਪੰਥ ਆਵਤ ਭਏ ਜਿਸ ਗੁਰੂ ਰਹਾਤ। ਤੇ ਜਿਸ ਪੁਰੀ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਰਹਿੰਦੇ ਆ, ਭਾਵ ਗੋਇੰਦਵਾਲ ਸਾਹਿਬ ਵਿੱਚ, ਉਹ ਸੰਗ ਉਧਰੋਂ ਲੰਘ ਰਿਹਾ ਸੀਗਾ ਜੀ। ਹਾਂਜੀ। ਚੌਪਈ ਡੇਰਾ ਕਿਉ ਅਨ ਕੈ ਸੰਗ। ਡੇਰਾ ਕਿਉ ਆਨ ਕੈ ਸੰਗ। ਉਥੇ ਸੰਗ ਨੇ ਆ ਕੇ ਡੇਰਾ ਕੀਤਾ, ਭਾਵ ਰਾਤ ਵਿਸ਼ਰਾਮ ਕਰਨ ਲਈ ਫੁਰਨਾ ਬਣਾਇਆ ਜੀ। ਕਿੱਥੇ? ਗੋਇੰਦਵਾਲ ਸਾਹਿਬ। ਹਾਂਜੀ। ਜੋ ਮੱਜਨ ਕੋ ਗਮਨਤ ਗੰਗ ਤਿਸ ਮੈਂ ਏਕ ਮੀਤ ਗੁਰ ਕੇਰਾ। ਹੁਣ ਉਸ ਸੰਗ ਵਿੱਚ ਨਾ ਗੁਰੂ ਅਮਰਦਾਸ ਜੀ ਦਾ ਇੱਕ ਮਿੱਤਰ ਵੀ ਜਾ ਰਿਹਾ ਸੀਗਾ ਜੀ। ਗੱਜ ਕੇ ਆਖੋ, ਇੱਕ ਮਿੱਤਰ ਵੀ ਸੀਗਾ ਵਿੱਚ ਜੀ। ਕਿਉਂ? ਮਹਾਰਾਜ ਪਹਿਲਾਂ ਗੰਗਾ ਜੀ ਦੀ ਯਾਤਰਾ ਕਰਦੇ ਰਹੇ ਹੈ ਤੇ ਉਸ ਯਾਤਰਾ ਦੌਰਾਨ ਇੱਕ ਮਿੱਤਰ ਮਹਾਰਾਜ ਦਾ ਬਣਿਆ ਸੀਗਾ, ਉਹ ਵੀ ਉਸ ਸੰਗ ਦੇ ਵਿੱਚ ਹੀ ਸ਼ਾਮਲ ਸੀਗਾ ਜੀ। ਹਾਂਜੀ। ਪ੍ਰਥਮ ਬੈਸ ਕੋ ਹੁਤੋ ਵਡੇਰਾ। ਤੇ ਗੁਰੂ ਸਾਹਿਬ ਜੀ ਦੀ ਪਹਿਲੀ ਉਮਰ ਦਾ, ਭਾਵ ਜਵਾਨੀ ਦੇ ਸਮੇਂ ਦਾ ਉਹ ਮਿੱਤਰ ਸੀਗਾ ਜੀ। ਹਾਂਜੀ। ਸੋ ਮਿਲਵੇ ਹਿਤ ਗੁਰ ਟਗ ਆਇਓ। ਉਹਨੂੰ ਪਤਾ ਲੱਗਾ ਵੀ ਅਮਰਦਾਸ ਜੀ ਗੁਰੂ ਬਣੇ ਹੋਏ ਆ, ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦੇ ਮਾਲਕ ਆਪ ਪਰਮੇਸ਼ਰ ਹਨ। ਉਹਦੇ ਮਨ 'ਚ ਫੁਰਨਾ ਬਣਿਆ ਵੀ ਚੱਲ ਕੇ ਦਰਸ਼ਨ ਹੀ ਕਰ ਲਵਾਂ। ਉਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਗੁਰੂ ਜੀ ਦੇ ਘਰ ਆਇਆ, ਦਰਬਾਰ ਆਇਆ ਜੀ। ਹਾਂਜੀ। ਮਿਲ ਕਰ ਬੜ ਲਖ ਸੀਸ ਝੁਕਾਇਓ। ਗੱਜ ਕੇ ਆਖੋ ਵਾਹਿਗੁਰੂ। ਬੰਦਾ ਬੜਾ ਵਧੀਆ ਜੀ। ਉਹਨੇ ਇਹ ਭਾਵ ਨਹੀਂ ਰੱਖਿਆ ਵੀ ਮੇਰੇ ਮਿੱਤਰ ਹੈ, ਉਹਨੇ ਵੇਖਿਆ ਹੁਣ ਵੱਡੀ ਜਗ੍ਹਾ ਤੇ ਬੈਠੇ ਐ, ਉਹਨੇ ਮਿਲ ਕੇ ਮੱਥਾ ਟੇਕਿਆ ਮਹਾਰਾਜ ਨੂੰ। ਹਾਂਜੀ। ਬਾਪੀ ਪਰ ਬੈਠੇ ਤਿਸ ਕਾਲ। ਗੁਰੂ ਸਾਹਿਬ ਉਸ ਸਮੇਂ ਬੌਲੀ ਸਾਹਿਬ ਬੈਠੇ ਸੀਗੇ, ਉਸੇ ਥੜੇ ਤੇ ਬੈਠੇ ਸੀਗੇ। ਹਾਂਜੀ। ਕੁਸ਼ਲ ਪ੍ਰਸ਼ਨ ਕਰ ਕੈ ਹਿਤ ਨਾਲ। ਮਹਾਰਾਜ ਨੇ ਉਹਦੀ ਸੁੱਖ ਸ਼ਾਂਤ ਪੁੱਛੀ, ਭਾਈ ਰਾਜੀ ਖੁਸ਼ੀ ਹੈ? ਕਹਿੰਦਾ ਮਹਾਰਾਜ ਕਿਰਪਾ ਤੁਹਾਡੀ। ਹਾਂਜੀ। ਸਾਧੂ ਹੁਤੋ ਤਿਸੈ ਸਮਝਾਇਓ। ਹਾਂਜੀ। ਚਲਵੇ ਪੰਥ ਕਸ਼ਟ ਕਿਉ ਪਾਇਓ। ਗੱਜ ਕੇ ਆਖੋ ਵਾਹਿਗੁਰੂ। ਉਹ ਬੰਦਾ ਬੜਾ ਚੰਗਾ ਸੀਗਾ ਜੀ, ਸਾਧੂ ਸੀ, ਚੰਗਾ ਪੁਰਸ਼ ਸੀਗਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਝਾਉਣ ਲੱਗੇ, ਗੁਰੂ ਅਮਰਦਾਸ ਸਾਹਿਬ, ਧੰਨ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ, ਵੇਖ ਤੁਰ ਕੇ ਜਾਣਾ ਹਰਿਦੁਆਰ, ਤੈਨੂੰ ਕਿੰਨੀ ਖੇਚਲ ਹੋਣੀ ਹੈ। ਕਹਿਣ ਲੱਗੇ। ਹਾਂਜੀ। ਦੂਰ ਪੰਥ ਪਹੁੰਚੋ ਸ਼ਰਮ ਧਾਰੇ। ਦੂਰ ਜਾਣਾ, ਬੜੀ ਮਿਹਨਤ ਕਰਨੀ ਹੈ। ਉਸ ਸਮੇਂ ਤੁਰ ਕੇ ਹੀ ਜਾਂਦੇ ਸਨ ਸਾਰੇ। ਹਾਂਜੀ। ਤੋਹੇ ਭਲੇ ਹਿਤ ਹੈ ਹਮ ਪਿਆਰੇ। ਤੇ ਤੂੰ ਸਾਡਾ ਪਿਆਰਾ ਹੈ, ਤੇਰੇ ਭਲੇ ਵਾਸਤੇ ਇੱਕ ਗੱਲ ਕਹਿੰਨੇ ਆ ਤੈਨੂੰ। ਹਾਂਜੀ। ਬੀਚ ਬਾਪ ਕਾ ਗੰਗਾ ਆਨੀ। ਗੱਜ ਕੇ ਆਖੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਮਹਾਰਾਜ ਕਹਿਣ ਲੱਗੇ, ਪਿਆਰਿਆ ਬੌਲੀ ਸਾਹਿਬ ਦੇ ਵਿੱਚ ਹੀ ਗੰਗਾ ਆ ਗਈ ਹੈ। ਕਹਿਣ ਲੱਗੇ ਗੰਗਾ ਹੀ ਇਸ਼ਨਾਨ ਕਰਨਾ ਨਾ, ਉਹ ਹੁਣ ਬੌਲੀ ਦੇ ਵਿੱਚ ਹੀ ਆ ਗਈ ਹੈ। ਹਾਂਜੀ। ਔਰ ਸ਼ਰਦਾ ਤਰ ਹੋ ਇਸ਼ਨਾਨੀ। ਸ਼ਰਦਾ ਧਾਰ ਕੇ ਇਹਦੇ ਵਿੱਚ ਇਸ਼ਨਾਨ ਕਰ ਲਾ। ਕਹਿਣ ਲੱਗੇ ਕਿੱਥੇ ਜਾਏਗਾ ਇੰਨੀ ਦੂਰ। ਹਾਂਜੀ। ਨਹਿ ਸ਼ੰਕਾ ਕਿਮ ਮਨ ਮਹਿ ਜਾਨੋ। ਤੇ ਸ਼ੰਕਾ ਨਾ ਕਰੀ। ਕਈ ਵਾਰੀ ਬੰਦਾ ਗੱਲ ਮੰਨ ਕੇ ਇਸ਼ਨਾਨ ਤੇ ਕਰ ਲੈਂਦਾ, ਪਰ ਸੋਚ ਹਰਿਦੁਆਰ ਹੀ ਰਹਿੰਦੀ ਨਹੀਂ ਉਹਦੀ ਜੀ। ਮਹਾਰਾਜ ਕਹਿੰਦੇ ਸ਼ੱਕ ਨਾ ਕਰੀ। ਹਾਂਜੀ। ਜਾਨ ਸੁਰਸਰੀ ਮੱਜਨ ਠਾਨੋ। ਸਮਝੀ ਵੀ ਤੂੰ ਗੰਗਾ ਦੇ ਵਿੱਚ ਹੀ ਇਸ਼ਨਾਨ ਕਰ ਰਿਹਾ, ਇਹੋ ਭਾਵ ਲੈ ਲਈ। ਕਹਿਣ ਲੱਗੇ। ਹਾਂਜੀ। ਫਲ ਲੋ ਚਹੋ ਨਿਸੰਸੈ ਪਾਵੋ। ਫਿਰ ਜਿਹੜਾ ਫਲ ਚਾਹੀਦਾ ਤੈਨੂੰ, ਜਿਹੜੀ ਤੇਰੀ ਮਨਸਾ, ਮਹਾਰਾਜ ਕਹਿਣ ਲੱਗੇ ਉਹ ਤੈਨੂੰ ਮਿਲ ਜਾਵੇਗੀ। ਹਾਂਜੀ। ਪੁਨ ਘਰ ਗਮਨੋ ਹਰ ਗੁਣ ਗਾਵੋ। ਫਿਰ ਇੱਥੋਂ ਹੀ ਘਰ ਵਾਪਸ ਮੁੜ ਜੀ। ਅੱਛਾ, ਸਾਰਿਆਂ ਨੂੰ ਨਹੀਂ ਕਿਹਾ ਮਹਾਰਾਜ ਨੇ,
ਕਿਉਂ? ਕਈ ਵਾਰੀ ਸਾਰੇ ਬੰਦੇ ਗੱਲ ਸੁਣਨ ਦੇ ਯੋਗ ਨਹੀਂ ਹੁੰਦੇ ਜੀ। ਕੇਵਲ ਇਕੱਲੇ ਨੂੰ ਹੀ ਕਿਹਾ, ਉਸੇ ਨੂੰ ਹੀ ਕਿਹਾ ਮਹਾਰਾਜ ਨੇ। ਮਹਾਰਾਜ ਕਹਿੰਦੇ ਫਿਰ ਆਪਣੇ ਘਰ ਜਾਈ। ਹਾਂਜੀ ਬਾਕ ਗੁਰੂ ਕੋ ਮਾਨ ਇਸ਼ਨਾਨਾ, ਹਾਂਜੀ ਕਿਮ ਇਹ ਸੁਰਸਰ ਸ਼ੰਕਾ ਠਾਨਾ। ਗੱਜ ਕੇ ਆਖੋ। ਉਹਨੇ ਮਹਾਰਾਜ ਦਾ ਬਚਨ ਮੰਨ ਕੇ ਇਸ਼ਨਾਨ ਕਰ ਲਿਆ, ਪਰ ਕਿੱਥੇ ਵੱਡੀ ਗੰਗਾ ਐ ਲਹਿਰਾਂ ਚੱਲਦੀਆਂ ਜੀ, ਤੇ ਕਿੱਥੇ ਬੌੜੀ ਸਾਹਿਬ। ਉਹਦੇ ਮਨ 'ਚ ਸ਼ੱਕ ਆ ਗਿਆ ਵੀ ਇਹ ਗੰਗਾ ਕਿਵੇਂ ਹੋ ਸਕਦੀ ਹੈ। ਹਾਂਜੀ ਬਹੁਰ ਬੈਠ ਕਰ ਕੇਤਕ ਕਾਲਾ, ਉਹਨੇ ਬਚਨ ਨਹੀਂ ਕੀਤਾ ਮਹਾਰਾਜ ਨਾਲ, ਮਨ 'ਚ ਸ਼ੱਕ ਰੱਖਿਆ, ਕੁਝ ਸਮਾਂ ਬੈਠਿਆ ਜੀ। ਹਾਂਜੀ ਬਿਨਤੀ ਕੀਨਸ ਹੈ ਪ੍ਰਭ ਦਿਆਲਾ, ਤੇ ਮਹਾਰਾਜ ਨੂੰ ਪਤਾ ਵੀ ਇਹਦੇ ਮਨ 'ਚ ਗੱਲ ਚੱਲ ਰਹੀ ਹੈ। ਗੱਜ ਕੇ ਆਖੋ ਵਾਹਿਗੁਰੂ। ਪਤਾ ਲੱਗ ਜਾਂਦਾ ਜੀ। ਮਹਾਰਾਜ ਕਹਿੰਦੇ ਕੀ ਗੱਲ? ਤੇ ਉਹ ਕਹਿਣ ਲੱਗਾ ਮਹਾਰਾਜ ਇੱਕ ਬੇਨਤੀ ਕਰਨੀ ਹੈ। ਹਾਂਜੀ ਘਰ ਤੇ ਚੱਲਿਓ ਸੰਗ ਕੇ ਸੰਗ, ਮੈਂ ਘਰੋਂ ਤੁਰਿਆ ਸਾਂ ਸੰਗ ਦੇ ਨਾਲ। ਹਾਂਜੀ ਗੰਗ ਇਸ਼ਨਾਨਨ ਹੇਤ ਉਮੰਗ, ਗੰਗਾ ਦੇ ਇਸ਼ਨਾਨ ਵਾਸਤੇ ਹਰਿਦੁਆਰ ਜਾਣਾ ਸੀਗਾ। ਹਾਂਜੀ ਸਭ ਕੇ ਸਾਥ ਪਹੁੰਚ ਹਰਿਦੁਆਰ, ਸਾਰਿਆਂ ਦੇ ਨਾਲ ਹਰਿਦੁਆਰ ਪਹੁੰਚਣਾ ਸੀਗਾ। ਹਾਂਜੀ ਕਰ ਇਸ਼ਨਾਨ ਅਮੋ ਇੱਕ ਵਾਰ, ਤੇ ਫਿਰ ਇਸ਼ਨਾਨ ਕਰਕੇ ਆਉਣਾ ਸੀ, ਤੇ ਤੁਸੀਂ ਮਿਹਰ ਕਰੋ ਸੰਗ ਦੇ ਨਾਲ ਹੀ ਰਵਾਂ ਤੇ ਇੱਕ ਵਾਰੀ ਇਸ਼ਨਾਨ ਕਰਕੇ ਆ ਜਾਣਾ। ਗੱਜ ਕੇ ਆਖੋ ਵਾਹਿਗੁਰੂ। ਅੰਦਰ ਦੀ ਗੱਲ ਨਹੀਂ ਦੱਸੀ ਵੀ ਮੇਰੇ ਮਨ 'ਚ ਸ਼ੱਕ ਪੈਦਾ ਹੋ ਗਿਆ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਮਿਹਰ ਕਰੇ ਸੰਗਤ ਦੀ ਤੌਬਾ ਭਲੀ ਹੈ। ਕਦੀ ਵੀ ਗੁਰੂ ਸਾਹਿਬ ਦੇ ਕੀਤੇ ਬਚਨ ਤੇ ਸ਼ੱਕ ਨਹੀਂ ਕਰਨਾ ਜੀ। ਕਈ ਬੌੜੀ ਸਾਹਿਬ ਦੇ 84 ਪਾਠਾਂ ਦੇ ਬਚਨ ਤੇ ਸ਼ੰਕਾ ਕਰਦੇ ਆ, ਪਰ ਸ਼ੱਕ ਨਹੀਂ ਕਰਨਾ। ਹੁਣ ਉਹ ਸ਼ੱਕ ਦਾ ਮਾਰਿਆ ਗੱਲ ਵੀ ਨਹੀਂ ਕਰ ਰਿਹਾ, ਪਰ ਮਹਾਰਾਜ ਨੂੰ ਕਹਿੰਦਾ ਕੋਈ ਨਹੀਂ ਮਹਾਰਾਜ ਇੱਕ ਵਾਰੀ ਗੰਗਾ ਇਸ਼ਨਾਨ ਕਰ ਹੀ ਆਉਣ ਦਿਓ। ਹਾਂਜੀ ਕਾਰਜ ਪਿਤਰਨ ਕੋ ਕਰ ਤਹਾਂ, ਮਹਾਰਾਜ ਮੈਂ ਆਪਣੇ ਪਿਤਰਾਂ ਦਾ ਕੰਮ ਕਰਨਾ ਉੱਥੇ। ਹਾਂਜੀ ਦਰਸ਼ਨ ਹਿਤ ਪੁਨ ਆਵੋ ਇਹਾਂ, ਦਰਸ਼ਨ ਹਿਤ ਪੁਨ ਆਵੋ ਇਹਾਂ। ਮਹਾਰਾਜ ਇੱਕ ਵਾਰੀ ਹਰਿਦੁਆਰ ਜਾ ਲੈਣ ਦਿਓ, ਮੁੜ ਫਿਰ ਤੁਹਾਡੇ ਕੋਲ ਇੱਥੇ ਹੀ ਆ ਜਾਵਾਂਗਾ। ਹਾਂਜੀ ਜਿਸ ਕੀ ਲਖੀ ਸਰਬਗਤ ਡੋਲੇ, ਗੱਜ ਕੇ ਆਖੋ ਵਾਹਿਗੁਰੂ। ਪ੍ਰੇਮ ਨਾਲ ਕਹੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਗੁਰੂ ਅਮਰਦਾਸ ਸਾਹਿਬ ਜੀ। ਮਹਾਰਾਜ ਨੂੰ ਪਤਾ ਵੀ ਡੋਲ ਗਿਆ, ਸਾਡੀ ਗੱਲ ਤੇ ਭਰੋਸਾ ਨਹੀਂ ਹੈਗਾ। ਅਰਦਾਸ ਕਰਿਆ ਕਰੋ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਮਹਾਰਾਜ ਨੂੰ ਪਤਾ ਡੋਲ ਗਿਆ ਜੀ। ਹਾਂਜੀ ਸ਼੍ਰੀ ਗੁਰੂ ਅਮਰਦਾਸ ਤਬ ਬੋਲੇ, ਤੇ ਮਹਾਰਾਜ ਅੰਤਰਜਾਮੀ, ਵੱਡਿਆਂ ਦਾ ਸੁਭਾਅ ਬੜਾ ਵੱਡਾ ਹੁੰਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਹਨੂੰ। ਹਾਂਜੀ ਨੀਕੀ ਬਾਤ ਜਹੋ ਹਰਿਦੁਆਰ, ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਚੰਗੀ ਗੱਲ ਹੈ, ਹਰਿਦੁਆਰ ਜਾਣਾ ਚਾਹੀਦਾ। ਹਾਂਜੀ ਹਮ ਹਿਤ ਲਿਆਵੋ ਸੁਰ ਸਰਬਾਰ, ਤੇ ਮਹਾਰਾਜ ਦੀ ਵੇਖੋ ਖੇਡ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਦੀ ਖੇਡ ਵੇਖੋ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜਾਓ ਉੱਥੋਂ ਸਾਡੇ ਵਾਸਤੇ ਵੀ ਜਲ ਲੈ ਕੇ ਆਇਓ। ਕਹਿਣ ਲੱਗੇ ਉਹਦਾ ਸ਼ੱਕ ਵੀ ਦੂਰ ਕਰਨਾ ਸੀ ਨਾ ਮਹਾਰਾਜ ਨੇ। ਹਾਂ ਪ੍ਰਸ਼ਾਦ ਲਓ, ਬਾਹਰ ਜਾ ਕੇ ਪ੍ਰਸ਼ਾਦ ਲਓ। ਹਾਂਜੀ ਇਮ ਆਇਸ ਦੀਨਸ ਤਬ ਗਇਓ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਆਗਿਆ ਦੇ ਦਿੱਤੀ। ਮਹਾਰਾਜ ਕਹਿੰਦੇ ਕੋਈ ਨਹੀਂ ਜਾਓ ਹਰਿਦੁਆਰ ਜਾਓ ਤੇ ਜਾ ਕੇ ਸਾਡੇ ਲਈ ਵੀ ਜਲ ਲੈ ਆਇਓ ਜੀ। ਹਾਂਜੀ ਤੀਰ ਜਾਨਵੀ ਪਹੁੰਚਤ ਭਇਓ, ਗੱਜ ਕੇ ਆਖੋ ਵਾਹਿਗੁਰੂ। ਇਮ ਆਇਸ ਦੀਨਸ ਤਬ ਗਇਓ, ਤੀਰ ਜਾਨਵੀ ਪਹੁੰਚਤ ਭਇਓ। ਉਹ ਚਲੇ ਗਿਆ ਜੀ ਸੰਗ ਦੇ ਨਾਲ। ਹਾਂਜੀ ਤੇ ਸੰਗ ਦੇ ਨਾਲ ਜਾ ਕੇ ਤੇ ਹਰਿਦੁਆਰ ਪਹੁੰਚ ਗਿਆ ਜੀ। ਅਸਲ 'ਚ ਜਿੱਥੇ ਬੰਦੇ ਦੀ ਸੂਈ ਟਿਕੀ ਹੁੰਦੀ ਨਾ ਜੀ,
ਕਰਮ ਨਾ ਸਾਥ ਦੇਣ ਤੇ ਬੰਦਾ ਛੇਤੀ ਸਹੀ ਰਸਤੇ ਤੇ ਨਹੀਂ ਆਉਂਦਾ ਜੀ। ਹਾਂਜੀ, ਮਨ ਭਾਵਤ ਕਰ ਭਲੇ ਇਸ਼ਨਾਨ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ ਫਿਰ ਕਹੋ ਵਾਹਿਗੁਰੂ। ਇੱਕ ਸਿੰਘ ਬਾਹਰ ਖਲੋਇਆ ਕਰੋ, ਬਾਹਰ ਖਲੋ ਜਾ ਕਰੋ ਇੱਕ ਸਿੰਘ। ਉਹਨੇ ਇਸ਼ਨਾਨ ਕੀਤਾ ਜੀ, ਮਨ ਭਾਵਤ ਐ ਰੱਜ ਰੱਜ ਕੇ ਇਸ਼ਨਾਨ ਕੀਤਾ ਜੀ। ਹਾਂਜੀ, ਪਿਤਰਨ ਕਾਜ ਕਰਾਵਨ ਠਾਨ। ਫਿਰ ਉਹਨੇ ਪਿਤਰਾਂ ਦਾ ਕੰਮ ਕੀਤਾ ਆਪਣਾ ਜੀ, ਉਹਨਾਂ ਦੇ ਨਾਂ ਦਾ ਦਾਨ ਪੁੰਨ ਕੀਤਾ ਜੀ। ਹਾਂਜੀ, ਗੁਰਬਚ ਸਿਮਰਿਓ ਆਵਨ ਕਾਲ। ਤੇ ਆਉਂਦਾ ਆਉਂਦਾ ਨਾ ਉਹਨੂੰ ਮਹਾਰਾਜ ਦਾ ਬਚਨ ਚੇਤਾ ਆ ਗਿਆ ਜੀ, ਵੀ ਮਹਾਰਾਜ ਕਹਿੰਦੇ ਸੀ ਸਾਡੇ ਵਾਸਤੇ ਵੀ ਜਲ ਲੈ ਕੇ ਆਈ। ਹਾਂਜੀ, ਲੋਟਾ ਲੀਨਸ ਹਾਥ ਸੰਭਾਲ। ਉਹਨੇ ਉੱਥੋਂ ਇੱਕ ਲੋਟਾ ਲਿਆ ਜੀ, ਤੇ ਲੋਟਾ ਫੜ ਕੇ ਅੱਗੇ ਵਧਿਆ ਜੀ ਗੰਗਾ ਵੱਲ। ਹਾਂਜੀ, ਹਰ ਦੁਆਰ ਮਹਿ ਪ੍ਰਵਸਿਓ ਜਾਈ। ਜਦੋਂ ਉਹ ਗੰਗਾ ਜੀ ਦੇ ਵਿੱਚ ਪ੍ਰਵੇਸ਼ ਹੋਇਆ ਨਾ ਜੀ ਜਲ ਭਰਨ ਵਾਸਤੇ, ਹਾਂਜੀ, ਕਰ ਲੋਟਾ ਟੁਬਕੀ ਤਬ ਲਾਈ। ਤੇ ਲੋਟੇ ਨੂੰ ਉਹਨੇ ਡੁਬਕੀ ਲਵਾਈ ਜੀ ਜਦੋਂ। ਹਾਂਜੀ, ਗਇਓ ਹਾਥ ਤੇ ਛੁੱਟ ਨਹੀਂ ਪਾਇਓ। ਤੇ ਗਇਓ ਹਾਥ ਤੇ ਛੁੱਟ ਨਹਿ ਪਾਇਓ। ਉਹ ਮਹਾਰਾਜ ਦੀ ਕੋਈ ਐਸੀ ਖੇਡ ਵਰਤੀ, ਇਹੋ ਜੀ ਛਲ ਆਈ, ਉਹ ਲੋਟਾ ਉਹਦੇ ਹੱਥੋਂ ਛੁੱਟ ਗਿਆ ਜੀ। ਤੋ ਇਸ ਤਰੀਕੇ ਨਾਲ ਛੁੱਟਿਆ, ਬੜੀ ਛੇਤੀ ਅੱਗੇ ਲੰਘ ਗਿਆ। ਤੇ ਚਾਹੁੰਦਾ ਸੀ ਮੈਂ ਫੜਾਂ, ਪਰ ਉਹ ਲੋਟਾ ਉਹਦੇ ਹੱਥ ਨਾ ਆਇਆ ਜੀ। ਹਾਂਜੀ, ਰਹਿਓ ਖੋਜ ਨਹਿ ਦ੍ਰਿਸ਼ਟੀ ਆਇਓ। ਹੋਰ ਉਹਨੇ ਲੋਟਾ ਲੈਣ ਦਾ ਯਤਨ ਕੀਤਾ, ਉਹ ਜਿਹੜਾ ਲੋਟਾ ਗਵਾਚ ਗਿਆ ਜੀ, ਜਲ ਦੇ ਵਿੱਚ ਹੀ ਰਹਿ ਗਿਆ। ਉਹ ਤੇ ਵਿੱਚ ਰਹਿ ਗਿਆ, ਹੋਰ ਲੋਟਾ ਮਿਲਿਆ ਨਾ ਉਹਨੂੰ ਜੀ ਕੋਈ। ਉਹ ਮਹਾਰਾਜ ਦੀ ਖੇਡ ਸੀ ਜੀ ਕੋਈ ਐਸੀ। ਹਾਂਜੀ, ਸਰਬੁਗ ਸੰਗ ਕੇ ਨਰ ਚੱਲ ਪਰੇ। ਉਧਰੋਂ ਜਿਹੜਾ ਸੰਗ ਆਇਆ ਸੀ ਉਹ ਤੁਰ ਪਿਆ ਜੀ। ਉਹ ਕਹਿਣ ਲੱਗਾ ਮੈਂ ਚੰਗਾ ਫਸਿਆ, ਮਹਾਰਾਜ ਦਾ ਬਚਨ ਨਹੀਂ ਕਮਾਇਆ ਜਾਣਾ। ਹਾਂਜੀ, ਪਾਏ ਨਹੀਂ ਲੋਟਾ ਬਹੁ ਫਿਰੇ। ਉਹ ਬੜਾ ਇੱਧਰ ਉੱਧਰ ਫਿਰਿਆ, ਲੋਟਾ ਨਹੀਂ ਮਿਲਿਆ ਜੀ ਉਹਨੂੰ ਜੀ। ਹਾਂਜੀ, ਮਿਲ ਕੇ ਸੰਗ ਸੰਗ ਹਟ ਪਰਿਓ। ਉਹ ਸੰਗ ਵਾਲੇ ਕਹਿਣ ਲੱਗੇ ਵੀ ਛੇਤੀ ਕਰ ਜਾਣਾ। ਉਹਨੂੰ ਫਿਰ ਮਜਬੂਰੀ ਵਿੱਚ ਤੁਰਨਾ ਪਿਆ ਜੀ ਉੱਥੋਂ। ਹਾਂਜੀ, ਸੁਰ ਸੁਰ ਬਾਰ ਨਾ ਲਿਆਵਨ ਕਰਿਓ। ਤੇ ਗੰਗਾ ਦਾ ਜਲ ਲੈ ਕੇ ਨਾ ਆ ਸਕਿਆ ਜੀ ਉਹ। ਹਾਂਜੀ, ਕਰਮ ਕਰਮ ਪੰਥ ਉਲੰਘਿਓ ਸਾਰੇ। ਗੱਜ ਕੇ ਆਖੋ ਵਾਹਿਗੁਰੂ। ਪਛਤਾਉਂਦਾ ਰਿਹਾ ਵੀ ਮੈਂ ਗੱਲ ਨਹੀਂ ਮੰਨੀ। ਕਰਦਿਆਂ ਕਰਦਿਆਂ ਛੇਤੀ ਛੇਤੀ ਸਾਰਾ ਰਸਤਾ ਲੰਘ ਆਇਆ ਜੀ ਉਹ। ਹਾਂਜੀ, ਆਏ ਨਿਕਟ ਸਤਿਗੁਰੂ ਨਿਹਾਰੇ। 4-5 ਦਿਨ ਲੱਗੇ ਹੋਣਗੇ ਜੀ, ਤੁਰ ਕੇ ਆਉਣ ਲੱਗੇ ਆ ਤਾਂ ਮਹਾਰਾਜ ਜੀ ਦੇ ਕੋਲ ਆਇਆ ਜੀ, ਸੱਚੇ ਪਾਤਸ਼ਾਹ ਜੀ ਦੇ। ਹਾਂਜੀ, ਮਸਤਕ ਟੇਕ ਬੇਨਤੀ ਕਰੀ। ਆ ਕੇ ਮੱਥਾ ਟੇਕਿਆ। ਮਹਾਰਾਜ ਕਹਿੰਦੇ ਕਰ ਆਏ ਇਸ਼ਨਾਨ? ਕਹਿੰਦਾ ਜੀ ਕਰ ਆਇਆ। ਤੇ ਕਹਿੰਦਾ ਮਹਾਰਾਜ ਬੇਨਤੀ ਕਰਨੀ ਹੈ। ਹਾਂਜੀ, ਮੋਤੇ ਕ੍ਰਿਤਨਾ ਰਾਵਰ ਸਰੀ। ਮਹਾਰਾਜ ਜਿਹੜਾ ਕਾਰਜ ਆਪ ਜੀ ਨੇ ਕਿਹਾ ਸੀ ਨਾ ਮਹਾਰਾਜ, ਮੈਂ ਉਹ ਨਹੀਂ ਕਰ ਸਕਿਆ। ਹਾਂਜੀ, ਸੁਰ ਸਿਰ ਜਲ ਤੁਮ ਤੇ ਮੰਗਵਾਇਆ। ਮਹਾਰਾਜ ਆਪ ਜੀ ਨੇ ਗੰਗਾ ਦਾ ਜਲ ਮੰਗਵਾਇਆ ਸੀਗਾ। ਹਾਂਜੀ, ਮੈਂ ਸ਼ੂਸ਼ੋ ਤਿਸ ਤੇ ਹਟ ਆਇਵ। ਤੇ ਮਹਾਰਾਜ ਮੈਂ ਖਾਲੀ ਹੱਥ ਆ ਗਿਆ। ਇੱਕੋ ਹੀ ਲੋਟਾ ਸੀ, ਉਹ ਮਹਾਰਾਜ ਗੰਗਾ ਦੇ ਵਿੱਚ ਹੀ ਡਿੱਗ ਪਿਆ। ਬਾਅਦ ਚੋਂ ਮੈਨੂੰ ਲੋਟਾ ਨਹੀਂ ਮਿਲਿਆ ਕਿਤੋਂ। ਹਾਂਜੀ, ਲੋਟਾ ਲੈ ਪਹੁੰਚਿਓ ਹਰਿਦੁਆਰ। ਹਾਂਜੀ, ਭਰਨ ਲਗਿਓ ਤਿਸ ਮਹਿ ਜਬ ਬਾਰ। ਜਦੋਂ ਮਹਾਰਾਜੋ ਮੈਂ ਲੋਟਾ ਗੰਗਾ ਵਿੱਚ ਪਾਇਆ, ਭਰਨ ਲੱਗਾ। ਹਾਂਜੀ, ਛੁਟਿਓ ਹਾਥ ਤੇ ਬਹਿ ਕਰ ਗਇਓ। ਮਹਾਰਾਜ ਐਸੀ ਛਲ ਆਈ, ਉਹ ਛੁੱਟ ਗਿਆ ਤੇ ਮਹਾਰਾਜ ਬਹਿ ਗਿਆ ਲੋਟਾ, ਉਹ ਗੰਗਾ ਵਿੱਚ ਹੀ ਬਹਿ ਗਿਆ। ਹਾਂਜੀ, ਖੋਜ ਰਹਿਓ ਨਹਿ ਪ੍ਰਾਪਤ ਭਇਓ। ਤੇ ਮਹਾਰਾਜ ਉਹ ਲੋਟਾ ਮੈਨੂੰ ਲੱਭਿਆ ਹੀ ਨਹੀਂ ਬਾਅਦ ਵਿੱਚ। ਹਾਂਜੀ, ਪਰਮ ਕੁਭਾਗ ਆਪਨ ਮੈਂ ਜਾਣਾ। ਤੁਸੀਂ ਮਹਾਰਾਜ ਮਸਾਂ ਮਸਾਂ ਕੋਈ ਸੇਵਾ ਕੀ, ਮੈਂ ਉਹ ਕਾਰਜ ਕਰ ਨਹੀਂ ਸਕਿਆ, ਮੇਰੇ ਮਾੜੇ ਭਾਗ ਹਨ। ਹਾਂਜੀ, ਚਲਤ ਸੰਗ ਕੇ ਸੰਗ ਪਿਆਨਾ। ਗੱਜ ਕੇ ਆਖੋ ਵਾਹਿਗੁਰੂ। ਛੇਤੀ ਮੈਨੂੰ ਵਾਪਸ ਆਉਣਾ ਪੈ ਗਿਆ। ਅਸਲ 'ਚ ਖੇਡ ਤੇ ਮਹਾਰਾਜ ਦੀ ਸੀਗੀ ਜੀ ਸਾਰੀ। ਹਾਂਜੀ, ਸੁਨ ਸਤਿਗੁਰ ਨੇ ਬਾਕ ਕਹਿਓ ਤਹੇ। ਤੇ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਕਹਿਣ ਲੱਗੇ,
ਹਾਂਜੀ। ਚਿੰਤਾ ਕਰੋ ਨਹੀਂ ਕੋ ਉਰਮ ਹੈ। ਮਹਾਰਾਜ ਕਹਿੰਦੇ ਕੋਈ ਨਹੀਂ, ਗੰਗਾ 'ਚ ਹੀ ਗਿਆ ਨਾ। ਕਹਿਣ ਲੱਗਾ ਮਹਾਰਾਜ ਹਾਂਜੀ। ਮਹਾਰਾਜ ਕਹਿੰਦੇ ਚਿੰਤਾ ਨਾ ਕਰ ਫਿਰ। ਲੋਟੇ ਦੀ ਕਾਹਦੀ ਚਿੰਤਾ? ਮਹਾਰਾਜ ਕਹਿੰਦੇ ਨਹੀਂ ਲਿਆਂਦਾ ਗਿਆ ਨਾ ਸਹੀ। ਹਾਂਜੀ। ਲੋਟਾ ਪਹੁੰਚਿਓ ਨਿਕਟ ਹਮਾਰੇ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਉਹ ਲੋਟਾ ਰੁੜਦਾ 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 ਨਾ ਸਾਡੇ ਕੋਲ ਹੀ ਆ ਗਿਆ ਸੀਗਾ। ਕਹਿਣ ਲੱਗੇ ਹਾਂਜੀ। ਲਿਆਏ ਬੇਗ ਤੇ ਗੰਗਾ ਧਾਰੇ। ਮਹਾਰਾਜ ਉਹ ਕਿਹਨੇ ਲੈ ਆਂਦਾ? ਮਹਾਰਾਜ ਕਹਿੰਦੇ ਗੰਗਾ ਨੇ ਲੈ ਆਂਦਾ। ਉਹ ਗੰਗਾ ਨੇ ਇੱਥੇ ਹੀ ਸਿੱਧਾ ਲੋਟਾ ਹੀ ਲੈ ਆਂਦਾ। ਮਹਾਰਾਜ ਕਹਿਣ ਲੱਗੇ ਹਾਂਜੀ। ਨਹਿ ਪ੍ਰਤੀਤ ਤੇ ਤੁਬ ਉਰ ਮਾਹੀ। ਉਹ ਹੁਣ ਕਹਿਣ ਲੱਗਾ ਵੀ ਸ਼ਾਇਦ ਮਹਾਰਾਜ ਹਾਸਾ ਕਰ ਰਹੇ ਹੈ, ਤੇ ਮਹਾਰਾਜ ਨੂੰ ਤੇ ਪਤਾ ਸੀ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਤੈਨੂੰ ਸਾਡੇ ਬਚਨ ਤੇ ਭਰੋਸਾ ਨਹੀਂ ਨਾ ਹੈਗਾ ਹਾਂਜੀ, ਬੀਚ ਬਾਪਿਕਾ ਦੇਖੋ ਤਾਹੀ। ਤੇ ਆਪਣੇ ਹਿਰਦੇ ਵਿੱਚ ਪੱਕਿਆਂ ਕਰਨ ਵਾਸਤੇ ਵੀ ਲੋਟਾ ਇੱਥੇ ਆ ਗਿਆ ਜਾਂ ਹੁਣ ਬੌਲੀ ਵਿੱਚ ਵੇਖ। ਕਹਿਣ ਲੱਗੇ ਹਾਂਜੀ। ਦੱਖਣ ਦਿਸ਼ ਕੋ ਸਰੋਤ ਪ੍ਰਵਾਹੂ। ਹਾਂ, ਜਿਹੜਾ ਦੱਖਣ ਦਿਸ਼ਾ ਵਾਲਾ ਪਾਸਾ ਚੱਲਦਾ ਨਾ, ਮਹਾਰਾਜ ਕਹਿਣ ਲੱਗੇ ਹਾਂਜੀ। ਸੋ ਸੁਰ ਸੁਰ ਕੋ ਬਾਪੀ ਮਾਹੂ। ਮਹਾਰਾਜ ਕਹਿੰਦੇ ਸਮਝੋ ਗੰਗਾ ਹੈ, ਉਹ ਗੰਗਾ ਦਾ ਪ੍ਰਵਾਹ ਹੈ। ਤੇ ਪਿਆਰਿਓ ਗੁਰੂ ਦੇ ਬਚਨ ਹਨ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ। ਗੰਗਾ ਜਮੁਨਾ ਗੋਦਾਵਰੀ ਸਰਸਤੀ ਤੇ ਕਰਹੇ ਉਦਮ ਧੂੜ ਸਾਧੂ ਕੀ ਤਾਈ। ਇਹ ਤਾਂ ਆਪ ਰੱਬ ਦੇ ਪਿਆਰਿਆਂ ਦੀ ਚਾਹੁੰਦੇ ਆ ਚਰਨ ਧੂੜੀ ਹਾਂਜੀ। ਤਹ ਤੇ ਆਪਣਾ ਲੋਟਾ ਲੀਜਹਿ। ਮਹਾਰਾਜ ਕਹਿੰਦੇ ਦੱਖਣ ਵਾਲੇ ਪਾਸੇ ਲੋਟਾ ਵਹਿ ਰਿਹਾ ਹੋਏਗਾ, ਉਹ ਲੈ ਲਾ। ਮਹਾਰਾਜ ਕਹਿਣ ਲੱਗੇ ਹਾਂਜੀ। ਜਲ ਸੁਰ ਸੁਰ ਕੋ ਪਾਨ ਨ ਕਰੀਜਹਿ। ਤੇ ਫਿਰ ਪੜੋ। ਜਲ ਸੁਰ ਸੁਰ ਕੋ ਪਾਨ ਕਰੀਜਹਿ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਜਲ ਛਕ ਲਈ। ਮਹਾਰਾਜ ਕਹਿਣ ਲੱਗੇ ਹਾਂਜੀ। ਸੁਨ ਸਤਿਗੁਰ ਕੇ ਬਾਕ ਸੁਹਾਏ। ਉਹਨੇ ਮਹਾਰਾਜ ਦਾ ਬਚਨ ਸੁਣਿਆ ਜੀ ਉਸ ਬ੍ਰਾਹਮਣ ਨੇ ਹਾਂਜੀ। ਪਰਵਸਿਓ ਬੀਚ ਬਾਪਿਕਾ ਜਾਏ। ਤੇ ਉਹ ਫਿਰ ਪੌੜੀਆਂ ਉਤਰਿਆ ਤੇ ਬੌੜੀ ਸਾਹਿਬ ਵਿੱਚ ਗਿਆ ਜੀ। ਅਸਲ 'ਚ ਹੁਣ ਅੱਧਾ ਪਾਸਾ ਨਾ ਜੀ, ਪਹਿਲਾਂ ਬੇਬੀਆਂ ਵਾਲੇ ਬੰਨੋਂ ਵਿੱਚ ਲੈਣ ਨਹੀਂ ਸੀ ਹੁੰਦੀ, ਤੇ ਸੱਚ ਪੁੱਛੋ ਤੇ ਸਮੇਤ ਕੱਪੜਿਆਂ ਦੇ ਹੀ ਪੁਰਾਣੇ ਜਿਹੜੇ ਸਰੋਵਰ ਨੇ, ਤੁਸੀਂ ਚਿੱਤਰ ਦੇਖ ਲਓ, ਸਮੇਤ ਕੱਪੜਿਆਂ ਦੇ ਹੀ ਇਸਤਰੀਆਂ ਇਸ਼ਨਾਨ ਕਰ ਲੈਂਦੀਆਂ ਸਨ ਜੀ। ਵੱਖਰੇ ਪਾਉਣੇ ਨਹੀਂ ਸੀ ਬਣੇ ਹੋਏ ਜੀ। ਕਿਤੇ ਇਤਿਹਾਸ 'ਚ ਸੁਣਿਆ ਵੀ ਗੁਰੂ ਸਾਹਿਬ ਨੇ ਪਾਉਣਾ ਬਣਾਇਆ ਹੋਵੇ ਜੀ। ਚਲੋ, ਕਿਉਂਕਿ ਉਦੋਂ ਲੋਕਾਂ ਦੀ ਸੋਚ ਪਵਿੱਤਰ ਸੀਗੀ। ਹੁਣ ਸੋਚ ਮੈਲੀ ਬੜੀ ਹੋ ਗਈ ਹੈ, ਇਸ ਕਰਕੇ ਵੱਖਰੇ ਪਾਉਣੇ ਬਣਾਏ ਗਏ ਜੀ। ਪਹਿਲਾਂ ਇੱਕ ਹੀ ਹੁੰਦਾ ਸੀਗਾ ਜੀ। ਲੋਕ ਸੱਚੇ ਸੁੱਚੇ ਹੁੰਦੇ ਸਨ, ਲੋਕਾਂ ਦੀ ਨਿਗਾਹ ਬੜੀ ਪਵਿੱਤਰ ਹੁੰਦੀ ਸੀਗੀ, ਸੱਚੀ ਸੁੱਚੀ ਸੀਗੀ। ਹੁਣ ਨਿਗਾਹ ਬੜੀ ਮੈਲੀ ਹੈਗੀ ਜੀ। ਉਹ ਵੱਡੀ ਬੌਲੀ ਦਾ ਆਕਾਰ ਵੱਡਾ ਸੀਗਾ ਜੀ ਕਾਫੀ, ਤੇ ਜਦੋਂ ਉਹ ਪੌੜੀਆਂ ਉਤਰ ਕੇ ਹੇਠਾਂ ਗਿਆ, ਦੱਖਣ ਦਿਸ਼ ਦੇਖਿਓ ਜਲ ਝਰਨਾ। ਉਹਨੇ ਵੇਖਿਆ ਦੱਖਣ ਵਾਲੇ ਪਾਸਿਓਂ ਹਾਂਜੀ, ਸੀਤਲ ਸੁਗਤ ਬਿਮਲ ਬਰਬਰਨਾ। ਜਿੱਥੋਂ ਜਲ ਦਾ ਝਰਨਾ ਥੱਲੋਂ ਫੁੱਟ ਰਿਹਾ ਸੀਗਾ ਹਾਂਜੀ। ਤਹ ਲੋਟਾ ਨਿਜ ਪਰਿਓ ਨਿਹਾਰਾ। ਉਥੇ ਉਹਨੇ ਉੱਤੇ ਉੱਤੇ ਲੋਟਾ ਉਹੋ ਹੀ ਘੁੰਮਦਾ ਵੇਖ ਲਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਉਹੋ ਹੀ ਇਹਦਾ ਹੀ ਖਰੀਦਿਆ ਹੋਇਆ ਲੋਟਾ ਸੀ, ਤੇ ਉਹ ਲੋਟਾ ਜਿਹੜਾ ਉਹ ਬੌਲੀ ਸਾਹਿਬ ਦੇ ਉੱਤੇ ਤੈਰ ਰਿਹਾ ਜੀ ਹਾਂਜੀ। ਪਿਖ ਚਰਿਤਰ ਬਿਸਮਾਦ ਵਿਚਾਰਾ। ਉਹ ਬੜਾ ਹੈਰਾਨ ਹੋਇਆ, ਕਮਾਲ ਹੈ। ਕਹਿਣ ਲੱਗਾ ਹਾਂਜੀ। ਸ਼ੀਗਰ ਨਿਕਸ ਕਰ ਪਦ ਅਰਬਿੰਦ। ਸ਼ੀਗਰ ਨਿਕਸ ਕਰ ਪਦ ਅਰਬਿੰਦ। ਛੇਤੀ ਨਿਕਲਿਆ ਭੱਜ ਕੇ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਲਪਟੀ ਗਿਆ ਜੀ ਜਾ ਕੇ। ਕਿਉਂ ਸ਼ੰਕਾ ਜੂ ਬਣਿਆ ਸੀ ਮਨ 'ਚ ਹਾਂਜੀ। ਪਰਿਓ ਜਾਏ ਗੁਰ ਪਿਖ ਸੁਖ ਕੰਦ। ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ ਵਿੱਚ ਢਹਿ ਪਿਆ ਹਾਂਜੀ। ਮੈਂ ਆਜਾਨ ਮਹਿਮਾਨ ਹੈ ਜਾਨੀ। ਮੈਂ ਅਜਾਨ ਮਹਿਮਾਨ ਹੈ ਜਾਨੀ। ਹੱਥ ਜੋੜ ਕੇ ਕਹਿੰਦਾ ਮਹਾਰਾਜ ਮੈਂ ਥੋੜੀ ਮੱਤ ਵਾਲਾ ਸਾਂ, ਤੁਹਾਡੀ ਮਹਿਮਾ ਜਾਣ ਨਹੀਂ ਸਕਿਆ ਹਾਂਜੀ। ਬੀਚ ਬਾਪਿਕਾ ਸੁਰਸਰ ਆਨੀ। ਉਹ ਜਿਹੜਾ ਬਚਨ ਹੈ ਨਾ ਤੁਹਾਡਾ, ਵਾਕਈ ਬੌਲੀ ਦੇ ਵਿੱਚ ਹੀ ਗੰਗਾ ਪ੍ਰਗਟ ਹੋ ਗਈ ਹੈ ਮਹਾਰਾਜ। ਸਾਰੇ ਤੀਰਥ ਇਹਦੇ ਵਿੱਚ ਹੀ ਪ੍ਰਗਟ ਹੋ ਗਏ ਹੈ
ਤੇ ਮੈਂ ਵੀ ਬੇਨਤੀ ਕਰਾਂ, ਗੰਗਾ ਬੌਲੀ ਦੇ ਵਿੱਚ ਪ੍ਰਗਟ ਹੋਈ ਹੈ, ਇਸ ਕਰਕੇ ਬੌਲੀ ਸਾਹਿਬ ਮਹਾਨ ਨਹੀਂ ਹੈ। ਬੌਲੀ ਸਾਹਿਬ ਇਸ ਕਰਕੇ ਮਹਾਨ ਹੈ ਕਿਉਂਕਿ ਉਹ ਗੁਰੂ ਸਾਹਿਬ ਨੇ ਆਪ ਬਣਵਾਈ ਹੈ, ਬਚਨ ਕੀਤੇ ਹੈ। ਇਹ ਤੇ ਉਹਨੂੰ ਵਿਖਾਉਣ ਵਾਸਤੇ ਮਹਾਰਾਜ ਨੇ ਉਹਨੂੰ ਕੌਤਕ ਵਿਖਾਇਆ ਜੀ। ਹਾਂਜੀ। ਪ੍ਰਥਮ ਤੁਮਾਰੋ ਬਾਕ ਨ ਬਾਨਿਓ, ਹਾਂਜੀ। ਬਖਸ਼ੋ ਭੂਲ ਪ੍ਰਭੂ ਅਬ ਜਾਣਿਓ। ਕਹਿੰਦਾ ਮਹਾਰਾਜ ਭੁੱਲ ਹੋ ਗਈ, ਤੁਹਾਡੀ ਕਈ ਗੱਲ ਮੈਂ ਮੰਨੀ ਨਹੀਂ ਮਹਾਰਾਜ। ਇਸ ਕਰਕੇ ਗੁਰੂ ਸਾਹਿਬ ਦੇ ਬਚਨਾਂ ਤੇ ਭਰੋਸਾ ਰੱਖਣਾ ਚਾਹੀਦਾ ਜੀ। ਹੁਣ ਵੇਖ ਲਓ, ਜੇ ਉਹਨੇ ਸ਼ੱਕ ਕੀਤਾ ਇੱਥੇ ਗੰਗਾ ਕਿਵੇਂ ਆ ਗਈ, ਤੇ ਮਹਾਰਾਜ ਨੇ ਉਹਨੂੰ ਵਿਖਾਤਾ। ਤੇ ਪਿਆਰਿਓ, ਤੁਸੀਂ ਵੀ ਸ਼ੱਕ ਨਾ ਕਰਿਓ ਵੀ 84 ਪਾਠ ਕਰਨ ਨਾਲ 84 ਕਿਵੇਂ ਕੱਟੀ ਜਾਂਦੀ ਹੈ। ਸ਼ੱਕ ਨਹੀਂ ਕਰਨਾ। ਸ਼ਰਧਾਲੂ ਕੋ ਸਭ ਕੁਛ ਹੈ, ਹੋਏ ਅਸ਼ਰਦਕ ਕਛੂ ਨਾ ਲਹੈ। ਜਿਹੜਾ ਸ਼ਰਧਾ ਰੱਖਦਾ ਉਹਦੇ ਵਾਸਤੇ ਤੇ ਸਾਰਾ ਕੁਝ ਹੀ ਹੈਗਾ ਜੀ। ਹਾਂਜੀ। ਸੁਨਤ ਕਿਰਪਾ ਕਰ ਗੁਰ ਭਗਵਾਨ। ਗੱਜ ਕੇ ਆਖੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਜਦੋਂ ਉਹਨੇ ਮੁਆਫੀ ਮੰਗੀ ਨਾ, ਮਹਾਰਾਜ ਨੇ ਉਹਦੀ ਮੁਆਫੀ ਸੁਣੀ। ਸਤਨਾਮ ਕੋ ਦੀਨ ਸਦਾਨ। ਤੇ ਮਹਾਰਾਜ ਨੇ ਉਹਨੂੰ ਫਿਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਦਾਨ ਵਿੱਚ ਦਿੱਤਾ ਜੀ। ਉਹ ਗੁਰੂ ਸਾਹਿਬ ਵੱਡੇ ਤੇ ਗੁਰੂ ਦਾ ਦਾਨ ਵੀ ਤੇ ਵੱਡਾ ਹੋਣਾ ਨਾ ਜੀ। ਨਾਮ ਦਾਨ ਦਿੱਤਾ ਮਹਾਰਾਜ ਨੇ। ਹਾਂਜੀ। ਕਰਿਓ ਨਿਹਾਲ ਕਸ਼ਟ ਸਭ ਟਾਰਿਓ। ਮਹਾਰਾਜ ਕਹਿੰਦੇ ਕੋਈ ਨਹੀਂ, ਤੈਨੂੰ ਭਰੋਸਾ ਆ ਗਿਆ ਨਾ, ਅੱਜ ਤੋਂ ਤੂੰ ਨਿਹਾਲ, ਤੇਰੀ ਜ਼ਿੰਦਗੀ 'ਚ ਕੋਈ ਕਸ਼ਟ ਨਹੀਂ ਆਏਗਾ। ਹਾਂਜੀ। ਜਗ ਸਾਗਰ ਤੇ ਦੁੱਖ ਤੇ ਉਧਾਰਿਓ। ਕਮਾਲ ਦੀ ਗੱਲ ਹੈ। ਮਹਾਰਾਜ ਕਹਿਣ ਲੱਗੇ ਤੇਰਾ ਉਧਾਰ ਕੀਤਾ, ਤੇਰਾ ਭਲਾ ਹੀ ਕੀਤਾ ਜੀ। ਹਾਂਜੀ। ਬੀਚ ਬਾਪ ਕਾ ਸੁਰਸਰ ਨੀਰ, ਇਮ ਆਨਿਓ ਸਤਿਗੁਰੂ ਗਹੀਰ। ਕਹਿੰਦੇ ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਜੀ ਨੇ ਬੌਲੀ ਸਾਹਿਬ ਵਿੱਚ ਹੀ ਸਾਰੇ ਸੁਰਸਰ ਲੈ ਆਂਦੀ, ਭਾਵ ਗੰਗਾ ਲੈ ਆਂਦੀ। ਹਾਂਜੀ। ਤੀਨ ਲੋਕ ਕੇ ਤੀਰਥ ਜੇਈ, ਸ਼੍ਰੀ ਗੁਰ ਚਰਨ ਬਿਖੇ ਬਸਤੇਈ। ਤਿੰਨਾਂ ਲੋਕਾਂ ਦੇ ਜਿਹੜੇ ਤੀਰਥ ਨੇ ਨਾ, ਉਹ ਮਹਾਰਾਜ ਦੇ ਚਰਨਾਂ ਵਿੱਚ ਵਸਦੇ ਹੈ ਜੀ। ਜਿੱਥੇ ਗੁਰੂ ਜੀ ਦੇ ਚਰਨ ਹੋਣਗੇ ਪਿਆਰਿਓ, ਉੱਥੇ ਤਿੰਨਾਂ ਲੋਕਾਂ ਦੇ ਤੀਰਥ ਆ ਜਾਣਗੇ। ਹੁਣ ਬਚਨ ਬੜੇ ਧਿਆਨ ਨਾਲ ਸੁਣਿਓ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਆਨੰਦਪੁਰ ਸਾਹਿਬ ਜਾਓ, ਗੁਰੂ ਕਾ ਲਾਹੌਰ ਸਥਾਨ ਹੈ, ਮਹਾਰਾਜ ਦੇ ਵਿਆਹ ਵਾਲੀ ਜਗ੍ਹਾ ਜੀ। ਉੱਥੇ ਅਸਥਾਨ ਬਣਿਆ ਤ੍ਰਿਵੇਣੀ ਸਾਹਿਬ, ਤੇ ਉਹ ਮਹਾਰਾਜ ਦੇ ਵਿਆਹ ਦੀ ਯਾਦਗਾਰ ਹੈ ਜੀ। ਆਨੰਦ ਕਾਰਜ ਤੋਂ ਬਾਅਦ ਜਦੋਂ ਮਹਾਰਾਜ ਉਸ ਇਲਾਕੇ ਵਿੱਚ ਆਏ, ਤੇ ਮਹਾਰਾਜ ਨਾਲ 10ਵੇਂ ਪਾਤਸ਼ਾਹ ਨਾਲ ਮਹਾਰਾਜ ਦੇ ਭਰਾ ਸਨ ਜੀ। ਤੇ ਧੋਬੀ ਸੀਗਾ ਜੀ, ਉਹਨੂੰ ਜਲ ਦੀ ਲੋੜ ਸੀਗੀ ਜੀ। ਤੇ ਉਹ ਬਾਹਰ ਕਹਿਣ ਲੱਗਾ, ਮਹਾਰਾਜ ਕਿਰਪਾ ਕਰ ਦਿਓ, ਇੱਥੇ ਜਲ ਨਹੀਂ ਹੈਗਾ। ਤੁਸੀਂ ਵੇਖਿਓ ਇਲਾਕਾ ਖੁਸ਼ਕੀ ਸੀਗਾ ਜੀ ਉਹ ਪਹਿਲਾਂ, ਹੁਣ ਵੀ ਵਿੱਚ ਵਿੱਚ ਖੁਸ਼ਕ ਪਹਾੜ ਉੱਥੇ ਮਿਲ ਜਾਂਦੇ ਆ। ਮਹਾਰਾਜ ਦੇ ਹੱਥ 'ਚ ਨੇਜਾ ਸੀਗਾ ਜੀ। ਮਹਾਰਾਜ ਨੇ ਉਹ ਨੇਜਾ ਮਾਰਿਆ, ਤੇ ਮਹਾਰਾਜ ਆਪਣੇ ਭਰਾ ਨੂੰ ਕਹਿਣ ਲੱਗੇ ਵੀ ਕੱਢ ਸੰਗੋ ਸ਼ਾਹ ਜੀ ਨੂੰ। ਉਹ ਸਾਧ ਸੰਗਤ ਜੀ ਕੱਢਣ ਲੱਗੇ ਤੇ ਨਿਕਲੇ ਨਾ ਜੀ। ਮਹਾਰਾਜ ਕਹਿਣ ਲੱਗੇ ਕੱਢ ਲਾ, ਉਹਨਾਂ ਕੋਲ ਨਹੀਂ ਨਿਕਲਿਆ। ਮਹਾਰਾਜ ਨੇ ਆਪ ਕੱਢਿਆ ਜੀ, ਤੇ ਉਹਦੇ ਵਿੱਚੋਂ ਜਲ ਨਿਕਲ ਆਇਆ ਜੀ। ਉਹਨੇ ਚਿਰ ਨੂੰ ਭਰਾ ਦੇ ਮਨ 'ਚ ਸ਼ੰਕਾ ਆ ਗਈ ਵੀ ਇੱਕ ਵਾਰੀ ਮੈਨੂੰ ਕਹਿ ਦਿੰਦੇ ਤਾਂ ਚਲੋ ਮੈਂ ਹੋਰ ਜ਼ੋਰ ਲਾਉਂਦਾ ਤਾਂ ਨਿਕਲ ਹੀ ਆਉਣਾ ਸੀਗਾ ਬਰਛਾ ਬਾਹਰ। ਮਹਾਰਾਜ ਅੰਤਰਜਾਮੀ ਜਾਣ ਗਏ, ਗੁਰੂ ਸਾਹਿਬ ਨੇ ਫਿਰ ਬਰਛਾ ਮਾਰਤਾ ਜੀ। ਮਹਾਰਾਜ ਕਹਿੰਦੇ ਹੁਣ ਕੱਢ ਲੈ, ਗੱਜ ਕੇ ਆਖੋ ਵਾਹਿਗੁਰੂ। ਉਹਦੇ ਕੋਲੋਂ ਉਹਨਾਂ ਜ਼ੋਰ ਲਾਇਆ ਤੇ ਫਿਰ ਨਾ ਨਿਕਲਿਆ ਜੀ। ਤੇ ਮਹਾਰਾਜ ਨੇ ਫਿਰ ਜਦੋਂ ਆਪ ਕੱਢਿਆ ਤੇ ਜਲ ਦੀ ਧਾਰਾ ਨਿਕਲ ਆਈ ਜੀ। 2 ਹੋ ਗਈਆਂ। ਤੇ ਲਾਗੇ ਮਹਾਰਾਜ ਦੇ ਮਾਮਾ ਜੀ ਖਲੋਤੇ ਸੀ, ਮਾਮਾ ਕਿਰਪਾਲ ਚੰਦ ਜੀ। ਉਹ ਕਲਗੀਧਰ ਮਹਾਰਾਜ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ
ਦੋ ਤੇ ਪ੍ਰਗਟ ਕਰ ਹੀ ਦਿੱਤੀਆਂ ਤੇ ਮਹਾਰਾਜ ਤੀਜੀ ਪ੍ਰਗਟ ਕਰਕੇ ਤ੍ਰਿਵੇਣੀ ਬਣਾ ਦਿਓ। ਮਹਾਰਾਜ ਨੇ ਤੀਜੀ ਵਾਰੀ ਮਾਰਿਆ ਪਰਛਾ ਤੇ ਫਿਰ ਕੱਢਿਆ, 3 ਜਲ ਦੀਆਂ ਧਾਰਾਵਾਂ ਨਿਕਲੀਆਂ ਜੀ। ਤੇ ਗੁਰੂ ਸਾਹਿਬ ਜੀ ਨੇ ਆਖਿਆ ਇਹ ਸਾਡੀ ਤ੍ਰਿਵੇਣੀ ਹੈ, ਤ੍ਰਿਵੇਣੀ। ਹੁਣ ਉਹ ਤ੍ਰਿਵੇਣੀ ਕਿਹੜੀ ਹੈ ਪਿਆਰਿਓ? ਹਿੰਦੂ ਧਰਮ ਵਿੱਚ ਇਲਾਹਾਬਾਦ ਦੀ ਧਰਤੀ ਨੂੰ ਤ੍ਰਿਵੇਣੀ ਮੰਨਦੇ ਆ। ਕਿਉਂ ਮੰਨਦੇ ਆ? ਤ੍ਰਿਵੇਣੀ ਦਾ ਭਾਵ ਹੈ ਜਿੱਥੇ 3 ਨਦੀਆਂ ਬਹਿ ਰਹੀਆਂ ਹੋਣ, ਤ੍ਰਿਵੇਣੀ। ਗੰਗਾ, ਜਮਨਾ ਤੇ ਸਰਸਵਤੀ। ਗੰਗਾ ਤੇ ਜਮਨਾ ਦਾ ਪ੍ਰਤੱਖ ਮੇਲ ਹੁੰਦਾ ਜੀ ਉੱਥੇ ਆ ਕੇ, ਤੇ ਸਰਸਵਤੀ ਦਾ ਮੰਨਦੇ ਗੁਪਤ ਮੇਲ ਹੁੰਦਾ ਹੈ, ਤ੍ਰਿਵੇਣੀ ਮੰਨਦੇ ਜੀ। ਹੁਣ ਗੁਰੂ ਸਾਹਿਬ ਨੇ ਕਹਿਤਾ ਇਹ ਤ੍ਰਿਵੇਣੀ ਹੈ, ਪਰ ਤ੍ਰਿਵੇਣੀ ਤੇ ਉਹ ਹੈ। ਵਿਦਵਾਨਾਂ ਨੇ ਸ਼ੰਕਾ ਕੀਤਾ, ਉਹਨਾਂ ਪਤਾ ਕੀ ਕੀਤਾ ਜੀ? ਉਸ ਤ੍ਰਿਵੇਣੀ ਦਾ ਜਿੱਥੇ ਸੰਗਮ ਹੋ ਰਿਹਾ ਹੈ ਉੱਥੋਂ ਦਾ ਪਾਣੀ ਲਿਆ, ਉਹਨੂੰ ਲੈਬੋਰਟਰੀ 'ਚ ਚੈੱਕ ਕੀਤਾ ਜੀ। ਜਦੋਂ ਉਹਨੂੰ ਲੈਬੋਰਟਰੀ 'ਚ ਚੈੱਕ ਕੀਤਾ, ਜਿਹੜਾ ਉਹ ਪਾਣੀ ਸੀਗਾ ਉਹਨਾਂ ਨੋਟ ਕਰ ਲਿਆ। ਹੁਣ ਇਸ ਤ੍ਰਿਵੇਣੀ ਦਾ ਜਲ ਲਿਆ, ਇਹ ਵੀ ਲੈਬੋਰਟਰੀ 'ਚ ਲੈ ਕੇ ਗਏ, ਇਹਨੂੰ ਚੈੱਕ ਕੀਤਾ ਤੇ ਉਹ ਸੇਮ ਪਾਣੀ ਹੈ ਜਿਹੜਾ ਉਸ ਤ੍ਰਿਵੇਣੀ 'ਚ, ਉਹੋ ਹੀ ਇਸ ਤ੍ਰਿਵੇਣੀ ਵਿੱਚ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਜੇ ਬਚਨ ਕੀਤਾ ਤੇ ਗੁਰੂ ਸਾਹਿਬ ਦਾ ਬਚਨ ਵਿਅਰਥ ਨਹੀਂ ਹੈ, ਸੇਮ ਜਲ ਹੈ ਜੀ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸਾਰੇ ਤੀਰਥ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਝੁਕਦੇ ਆ, ਸਾਰੇ ਤੀਰਥ। ਹਾਂਜੀ। ਸੁਰ ਸਰ ਲਿਆਵਨ ਵਾਪੀ ਮਾਹੀ, ਹਾਂਜੀ, ਕੁਛ ਅਚਰਜ ਇਹੋ ਜਾਨੋ ਨਾਹੀ। ਕਹਿੰਦੇ ਫਿਰ ਗੰਗਾ ਉੱਥੇ ਲੈ ਆਉਣੀ, ਇਹ ਕਿਹੜੀ ਹੈਰਾਨੀ ਵਾਲੀ ਗੱਲ ਹੈ? ਗੱਜ ਕੇ ਆਖੋ, ਇੰਜ ਨਹੀਂ, ਗੱਜ ਕੇ। ਗੰਗਾ ਉੱਥੇ ਲੈ ਆਉਣੀ ਕਿਹੜੀ ਹੈਰਾਨੀ ਦੀ ਗੱਲ ਹੈ? ਸਾਰੇ ਸੰਸਾਰ ਦੇ ਤੀਰਥ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਵਸਦੇ ਆ। ਹਾਂਜੀ। ਜਿਮ ਚਾਹੈ ਤਿਮ ਕਰਹਿ ਸਤੂਰਨ, ਜਿਵੇਂ ਮਹਾਰਾਜ ਚਾਹਣ ਉਵੇਂ ਕਰ ਸਕਦੇ ਆ। ਹਾਂਜੀ। ਸ਼੍ਰੀ ਪ੍ਰਭ ਸਰਬ ਸ਼ਕਤ ਕੇ ਪੂਰਨ। ਕਿਉਂ? ਗੁਰੂ ਸਾਹਿਬ ਸਰਬ ਸ਼ਕਤੀਮਾਨ ਹਨ। ਗੁਰੂ ਸਾਹਿਬ ਜੋ ਚਾਹਣ ਉਹ ਕਰ ਸਕਦੇ ਹਨ। ਹਾਂਜੀ। ਕਰੀ ਬਾਪ ਕਾ ਨਿਚ ਸਿੱਖ ਕਾਰਨ। ਪਿਆਰ ਦੇ ਨਾਲ ਕਹੋ ਸਾਰੇ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਇਸ ਕਰਕੇ ਆਪਣੇ ਸਿੱਖਾਂ ਕਰਕੇ, ਸਿੱਖਾਂ ਦਾ ਭਲਾ ਕਰਨ ਵਾਸਤੇ ਮਹਾਰਾਜ ਨੇ ਬੌਲੀ ਸਾਹਿਬ ਬਣਵਾਈ ਹੈ। ਹਾਂਜੀ। ਜਨਮ ਜਨਮ ਕੇ ਕਲਖ ਨਿਵਾਰਨ। ਜਨਮਾਂ ਜਨਮਾਂ ਦੇ ਕੀਤੇ ਪਾਪ ਇਸ਼ਨਾਨ ਕਰਨਗੇ, ਦੂਰ ਹੋਣਗੇ। ਹਾਂਜੀ। ਕਥਾ ਸੁਨੇ ਜੇ ਚਿਤ ਕੋ ਲਾਏ। ਵਾਹ ਵਾਹ। ਹੁਣ ਸਾਡੀ ਗੱਲ ਆ ਗਈ ਜੀ ਸਾਰਿਆਂ ਦੀ। ਕਿੱਥੇ ਹੈ ਪੰਗਤੀ? ਕਥਾ ਸੁਨੇ ਜੇ ਚਿਤ ਕੋ ਲਾਏ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਇਹ ਕਥਾ ਜਿਹੜਾ ਚਿੱਤ ਲਾ ਕੇ ਸੁਣੇਗਾ। ਹਾਂਜੀ। ਅੱਗੇ ਪੜੋ। ਸੋ ਨਰ ਪਾਪਨ ਤੇ ਛੁੱਟ ਜਾਏ। ਜਿਹੜਾ ਇਹ ਕਥਾ ਪ੍ਰੇਮ ਨਾਲ ਸੁਣੇਗਾ ਉਹਦਾ ਵੀ ਪਾਪਾਂ ਤੋਂ ਛੁਟਕਾਰਾ ਹੋਵੇਗਾ। ਕਿਉਂ? ਗੁਰੂ ਦੀ ਕਥਾ ਵੀ ਮਨ ਤੋਂ ਮੈਲ ਲਾਉਂਦੀ ਹੈ। ਸੁਣ ਹਰ ਕਥਾ ਉਤਾਰੀ ਮੈਲ, ਮਹਾਰਾਜ ਬਾਣੀ ਚ ਕਹਿੰਦੇ। ਜਿਹੜਾ ਇਹ ਕਥਾ ਸੁਣੇਗਾ ਉਹਦੇ ਮਨ ਦੀ ਮੈਲ ਲੱਥੇਗੀ। ਹਾਂਜੀ। ਇੱਕ ਦਿਨ ਸ਼੍ਰੀ ਸਤਿਗੁਰੂ ਸੁਹਾਇਓ। ਉੱਥੋਂ ਹੁਣ ਅੱਗੋਂ ਫਿਰ ਨਵਾਂ ਪ੍ਰਸੰਗ ਆਰੰਭ ਹੋ ਜਾਂਦਾ ਜੀ। ਅੱਗੋਂ ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਬੈਠੇ ਹੋਏ ਆ, ਬੜੇ ਛੋਟਾ ਹੀ ਆ ਪ੍ਰਸੰਗ, ਸੁਣ ਲਓ। ਹਾਂਜੀ। ਬੈਠੇ ਹੁਤੇ ਸਿੱਧ ਇੱਕ ਆਇਓ। ਇੱਕ ਸਿੱਧ ਮਹਾਰਾਜ ਦੇ ਕੋਲ ਆਇਆ ਜੀ। ਕਿਹੜਾ ਸਿੱਧ ਜੀ? ਉਹੀ ਭੰਗਰਨਾਥ, ਮੰਗਲਨਾਥ, ਜਿਹੜੇ ਗੁਰੂ ਨਾਨਕ ਸਾਹਿਬ ਨੂੰ ਮਿਲਦੇ ਰਹੇ ਜੀ। ਇੱਕ ਸਿੱਧ ਪੁਰਸ਼ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ ਜੀ। ਹਾਂਜੀ। ਬੰਧਨ ਕਰਕੇ ਗਿਰਾ ਸੁਨਾਈ। ਉਹਨੇ ਆ ਕੇ ਮੱਥਾ ਟੇਕਿਆ। ਤੁਸੀਂ ਵੀ ਟੇਕੋ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ।
ਮੱਥਾ ਟੇਕਿਆ, ਮੱਥਾ ਟੇਕ ਕੇ ਬੇਨਤੀ ਕੀਤੀ, ਆਪ ਲਈ ਜਬ ਤੇ ਗੁਰ ਆਈ। ਹੇ ਸੱਚੇ ਪਾਤਸ਼ਾਹ, ਜਦੋਂ ਦੇ ਤੁਸੀਂ ਗੁਰੂ ਬਣੇ ਹੋ, ਹਾਂਜੀ, ਤਬ ਤੇ ਮੈਂ ਸ਼ਰਧਾ ਉਰ ਧਾਰੀ। ਉਰੋਂ ਦੀ ਮੈਂ ਤੁਹਾਡੇ ਤੇ ਬੜੀ ਸ਼ਰਧਾ ਰੱਖੀ ਹੈ, ਹਾਂਜੀ। ਦਰਸ਼ਨ ਚਾਹਤ ਰਹਿਓ ਹਿਤਕਾਰੀ। ਮੈਂ ਮੇਰੇ ਮਨ 'ਚ ਹੁੰਦਾ ਸੀ ਵੀ ਤੁਹਾਡੇ ਦਰਸ਼ਨ ਕਰ ਲਵਾਂ, ਤੁਹਾਡੇ ਦਰਸ਼ਨ ਕਰ ਲਵਾਂ, ਸਮਾਂ ਨਹੀਂ ਬਣਦਾ। ਅੱਛਾ, ਕਈ ਬੰਦੇ ਚਾਹੁੰਦੇ ਹੁੰਦੇ ਜੀ, ਟਾਈਮ ਹੀ ਨਹੀਂ ਲੱਗਦਾ ਜੀ, ਇਹਨੂੰ ਵੀ ਟਾਈਮ ਹੀ ਨਹੀਂ ਲੱਗਾ ਜੀ, ਮਹਾਰਾਜ ਸਮਾਂ ਨਹੀਂ ਬਣਦਾ, ਹਾਂਜੀ। ਬੜੇ ਭਾਗ ਜਾਗੇ ਅਬ ਮੇਰੇ। ਅੱਜ ਮੇਰੇ ਵੱਡੇ ਭਾਗ ਜਾਗੇ ਸੱਚੇ ਪਾਤਸ਼ਾਹ, ਜਿਸ ਤੇ ਆਏ ਪਾਪ ਕੋ ਹੇਰੇ। ਜਿਸ ਤੇ ਆਏ ਆਪ ਕੋ ਹੇਰੇ, ਜਿਸ ਕਰਕੇ ਮੈਂ ਤੁਹਾਡੇ ਦਰਸ਼ਨ ਕੀਤੇ ਐ। ਗੁਰੂ ਜੀ ਬੜੇ ਵੱਡੇ ਨੇ, ਤੇ ਗੁਰੂ ਜੀ ਦੇ ਦਰਸ਼ਨਾਂ ਲਈ ਵੀ ਵੱਡੇ ਭਾਗ ਚਾਹੀਦੇ ਜੀ, ਹਾਂਜੀ। ਮੈਂ ਚਿਰਕਾਲ ਜੋਗ ਤਪ ਕੀਨੇ। ਸੱਚੇ ਪਾਤਸ਼ਾਹ, ਮੈਂ ਬੜਾ ਲੰਮਾ ਸਮਾਂ ਜੋਗ ਸਾਧਿਆ, ਤਪ ਕੀਤਾ, ਹਾਂਜੀ। ਲਹਿ ਸਿੱਧੀ ਨਰ ਕਰੇ ਅਧੀਨੇ। ਮੇਰੇ ਕੋ ਸਿੱਧੀ ਵੀ ਆ ਗਈ, ਤਾਕਤ ਵੀ ਆ ਗਈ, ਪਰ ਮਹਾਰਾਜ ਉਸ ਤਾਕਤ ਨਾਲ ਮੈਂ ਆਪਣੇ ਬੰਦੇ, ਬੜੇ ਮਨੁੱਖਾਂ ਨੂੰ ਚੇਲਾ ਬਣਾ ਲਿਆ ਆਪਣਾ ਜੀ, ਬੜੇ ਚੇਲੇ ਬਣਾਏ। ਕਈ ਵਿਦਵਾਨ ਦੱਸਦੇ ਆ ਇਸ ਜੋਗੀ ਦੀ ਹਜ਼ਾਰਾਂ ਸਾਲ ਉਮਰ ਹੋ ਗਈ ਸੀਗੀ ਜੀ, ਸਿੱਧ ਸੀ ਨਾ, ਉਮਰਾਂ ਰੋਕ ਲੈਂਦੇ ਸੀਗੇ, ਹਾਂਜੀ। ਮਨ ਮੇਰੇ ਮਹਿ ਸ਼ਾਂਤ ਨਾ ਹੋਈ। ਪਰ ਸੱਚ ਹੈ, ਲੋਕਾਂ ਨੂੰ ਤੇ ਮੈਂ ਚੇਲੇ ਬਣਾ ਲਿਆ, ਮੇਰਾ ਆਪਣਾ ਮਨ ਨਹੀਂ ਸ਼ਾਂਤ ਹੋਇਆ। ਸਿੱਧੀਆਂ ਮੈਂ ਬੜੀਆਂ ਇਕੱਠੀਆਂ ਕੀਤੀਆਂ, ਮੇਰਾ ਮਨ ਨਹੀਂ ਸ਼ਾਂਤ ਹੋਇਆ, ਹਾਂਜੀ। ਮਾਨਹਿ ਮੋਹਿ ਜਗਤ ਸਭ ਕੋਈ। ਲੋਕ ਮੈਨੂੰ ਮੰਨਦੇ, ਜਿੱਥੇ ਜਾ ਕੇ ਮੈਂ ਬਵਾਂ ਕੋਈ ਤਾਕਤ ਵਿਖਾ ਦੇਣੀ, ਲੋਕਾਂ ਮੱਥਾ ਟੇਕਣ ਲੱਗ ਪੈਣਾ ਜੀ, ਹਾਂਜੀ। ਸਭ ਗਤ ਪਿਖ ਮੈਂ ਹਿਰਦੈ ਵਿਚਾਰਾ। ਪਰ ਮੇਰੇ ਮਨ ਨੂੰ ਸ਼ਾਂਤੀ ਨਹੀਂ ਹੋਈ। ਗੱਜ ਕੇ ਆਖੋ ਵਾਹਿਗੁਰੂ। ਇਹਦਾ ਮਤਲਬ ਲੋਕ ਮੱਥੇ ਟੇਕਣ, ਹੱਥ ਜੋੜਨ, ਇਹਦੇ ਵਿੱਚ ਸ਼ਾਂਤੀ ਨਹੀਂ ਹੈਗੀ ਜੀ। ਸ਼ਾਂਤੀ ਆਨੰਦ ਹੋਰ ਹੈ ਜੀ। ਮੈਂ ਵੇਖਿਆ ਜੀ, ਜਿਨ੍ਹਾਂ ਦੇ ਆਸੇ ਪਾਸੇ ਗਨਮੈਨ ਘੁੰਮਦੇ ਫਿਰਦੇ ਆ, ਹਜ਼ਾਰਾਂ ਲੋਕ ਮੱਥਾ ਟੇਕਦੇ, ਉਹ ਦੁਖੀ ਨੇ ਜੀ। ਕਹਿੰਦਾ ਮਹਾਰਾਜ ਮੈਂ ਵਿਚਾਰ ਕੀਤੀ ਆਪਣੇ ਮਨ 'ਚ, ਹਾਂਜੀ। ਇਹ ਸਿੱਧਾਂ ਲੋਕਿਕ ਵਿਵਹਾਰਾ। ਇਹ ਸ਼ਕਤੀਆਂ ਜਿਹੜੀਆਂ ਇਕੱਠੀਆਂ ਕਰਨੀਆਂ ਨੇ ਨਾ, ਇਹ ਆਮ ਸੰਸਾਰੀ ਲੋਕਾਂ ਵਾਲਾ ਹੀ ਕੰਮ ਹੈ। ਸੰਸਾਰੀ ਲੋਕ ਮਾਇਆ ਇਕੱਠੀ ਕਰਦੇ ਆ, ਧਾਰਮਿਕ ਲੋਕ ਸ਼ਕਤੀ ਇਕੱਠੀ ਕਰ ਲੈਂਦੇ ਆ, ਹਾਂਜੀ। ਕਰ ਕਰ ਕਸ਼ਟ ਜੋਗ ਤਪ ਤਾਪਤ। ਬੜੀ ਮਿਹਨਤ ਨਾਲ, ਕਿੱਥੇ ਹਿਮਾਲਿਆ ਪਰਬਤ ਤੇ ਬਹਿ ਬਹਿ ਕੇ ਤਪ ਕਰ ਕਰਕੇ ਸ਼ਕਤੀਆਂ ਇਕੱਠੀਆਂ ਕੀਤੀਆਂ, ਹਾਂਜੀ। ਨਹੀਂ ਆਨੰਦ ਮੋਹਿ ਕੋ ਪ੍ਰਾਪਤ। ਆਨੰਦ ਨਹੀਂ ਆਇਆ, ਸ਼ਾਂਤੀ ਨਹੀਂ ਆਈ, ਹਾਂਜੀ। ਅਬ ਨਿਜ ਸ਼ਰਨ ਰਾਖ ਸੁਖ ਕੰਦ। ਹੁਣ ਮਹਾਰਾਜ ਕਿਰਪਾ ਕਰੋ ਤੇ ਮੈਨੂੰ ਆਨੰਦ ਦਿਓ, ਆਪਣੀ ਸ਼ਰਨ ਵਿੱਚ ਰੱਖੋ, ਹਾਂਜੀ। ਉਪਦੇਸ਼ੋ ਜਿਮ ਲਹੋ ਆਨੰਦ। ਗੱਜ ਕੇ ਆਖੋ ਵਾਹਿਗੁਰੂ। ਉਪਦੇਸ਼ੋ ਜਿਮ ਲਹੋ ਆਨੰਦ। ਐਸਾ ਉਪਦੇਸ਼ ਦਿਓ ਮੈਨੂੰ ਆਨੰਦ ਆਵੇ। ਹੁਣ 1 ਮਿੰਟ ਲਈ ਧਿਆਨ ਨਾਲ ਸੁਣਿਓ। ਕੋਈ ਮਹਾਂਪੁਰਖ ਹਿਮਾਲਿਆ ਤੇ ਬਹਿ ਕੇ ਜਪ ਤਪ ਕਰਨ ਦੇ, ਤੇ ਨਾਲ ਚੇਲੇ ਸਨ ਜੀ। ਹਿੰਦੀ ਵਿੱਚ ਇਹ ਘਟਨਾ ਲਿਖੀ ਸੀਗੀ। ਚੇਲੇ ਉਸ ਮਹਾਤਮਾ ਨੂੰ ਕਹਿਣ ਲੱਗੇ, ਜੀ ਸੁਣਾ ਹੈ ਕਿ ਉਸ ਪਹਾੜੀ ਤੇ ਜਿਹੜਾ ਸੰਤ ਸਾਧੂ ਰਹਿੰਦਾ ਹੈ, ਉਹ ਮੂੰਹ ਚੋਂ ਅੱਗ ਕੱਢਦਾ ਹੈ, ਤੇ ਅਸੀਂ ਉਹਦੇ ਦਰਸ਼ਨ ਕਰਨਾ ਚਾਹੁੰਦੇ ਹਾਂ। ਚੇਲਿਆਂ ਸੋਚਿਆ ਵੀ ਉਹ ਸੰਤ ਜਿਹੜਾ ਹੈ ਨਾ, ਉਹ ਸਾਡੇ ਉਸਤਾਦ ਗੁਰੂ ਤੋਂ ਵੱਡਾ ਹੋਣਾ ਹੈ, ਕਿਉਂ ਸਾਡੇ ਗੁਰੂ ਨੇ ਤੇ ਕਦੀ ਮੂੰਹ ਚੋਂ ਅੱਗ ਕੱਢ ਕੇ ਨਹੀਂ ਵਿਖਾਈ। ਤਾਂ ਉਹ ਜਿਹੜੇ ਉਹਨਾਂ ਦੇ ਉਸਤਾਦ ਸਨ ਨਾ ਬੱਚਿਆਂ ਦੇ, ਉਹ ਕਹਿੰਦੇ ਕੋਈ ਨਹੀਂ, ਹਮ ਵੀ ਦੇਖेंगे, ਮੈਂ ਵੀ ਤੁਹਾਡੇ ਨਾਲ ਚੱਲਦਾ। ਉਹ ਰਸਤੇ 'ਚ ਤੁਰਤੇ ਪਏ ਸਾਰੇ ਰਸਤੇ 'ਚ, ਤੇ ਚੇਲੇ ਸੋਚਦੇ ਵੀ ਸਾਡੇ ਵਾਲਾ ਛੋਟਾ ਲੱਗਦਾ ਹੈ, ਤਾਈਓ ਉਹਦੇ ਦਰਸ਼ਨਾਂ ਲਈ ਚੱਲਾ।
ਉਹ ਜਦੋਂ ਚਲੇ ਗਏ ਉੱਥੇ, ਜਦੋਂ ਪਹੁੰਚੇ ਤੇ ਉਹਨੇ ਵੇਖਿਆ ਜਿਹੜਾ ਮੂੰਹ ਚੋਂ ਅੱਗ ਕੱਢਦਾ ਸੀ, ਉਹ ਉਸੇ ਵੇਲੇ ਉੱਠਿਆ, ਉਹਨੇ ਉਸ ਸੰਤ ਨੂੰ ਮੱਥਾ ਟੇਕਿਆ। ਚੇਲਿਆਂ ਨੂੰ ਥੋੜਾ ਜਿਹਾ ਹੋਇਆ ਵੀ ਸਾਡੇ ਵਾਲਾ ਹੀ ਵੱਡਾ ਹੈ, ਤੇ ਉਹ ਪੁੱਛਦਾ ਹੈ कि हमने सुना है आप में इतनी सिद्धि है कि आप मुख से आग को निकालते हो, अग्नि निकालते हो। वो हाथ जोड़ के कहता जी हाँ। वो कहते हमें दिखाओगे, सानू विखाओगे? कहता जी ठीक है। उन्हें 2 मिनट अखां बंद कीतियां, मूँह खोलिया, अग कढ़ती। ਪਿਆਰਿਓ, ਇਸ ਸਰੀਰ 'ਚ ਹੈ ਬਹੁਤ ਕੁਝ ਜੇ ਬੰਦਾ ਸਾਧਨਾ ਕਰੇ। ਜਦੋਂ ਉਹਨੇ ਅੱਗ ਕੱਢੀ ਨਾ, ਤੇ ਉਹਨੂੰ ਪੁੱਛਦੇ ਵੀ ਕਿਤਨਾ ਸਮੇਂ ਹੋ ਗਿਆ ਆਪ ਕੋ? ਉਹ ਦੱਸਦਾ ਜੀ ਮੈਨੂੰ ਸ਼ਾਇਦ ਉਹਨੇ 25 ਸਾਲ ਆਖੇ, 25 ਸਾਲ ਹੋ ਗਏ ਇੱਥੇ ਬੈਠਿਆਂ ਇਹ ਸਾਧਨਾ ਕਰਦਿਆਂ। ਉਹ ਕਹਿੰਦਾ 25 ਸਾਲ ਲਾ ਲਏ, ਕਹਿੰਦਾ 25 ਸਾਲ ਲਾ ਲਏ ਕੇਵਲ ਮੂੰਹ ਚੋਂ ਅੱਗ ਕੱਢਣ ਵਾਸਤੇ ਹੀ। ਗੱਜ ਕੇ ਆਖੋ ਵਾਹਿਗੁਰੂ। ਮੂੰਹ ਚੋਂ ਅੱਗ ਕੱਢਣ ਲਈ 25 ਸਾਲ ਲਾ ਲਏ। ਕਹਿੰਦਾ ਇਹ ਕੰਮ ਤੇ ਲੱਕੜ ਵੀ ਕਰ ਲੈਂਦੀ ਹੈ। इतने साल परमेश्वर की याद में गुजारे होते तो आज बात कुछ और होनी थी। आ जेड़ा जोगी आया है भी यहो जिहा है, कहता महाराज सिद्धियां ते बड़ियां कट्ठियां कीतियां, शांति नहीं च आई, आनंद नहीं आया। आनंद कदों आउंदा जदों गुरु साहब मिलते। आनंद पाया मेरी माए सतगुरु मैं पाया। हाँ जी, चिरंकाल की आशा मेरी, आनंद लैण दी आस है। महाराज मेरी आस पूरी करो। हाँ जी, पूरन की जह कृपा बडेरी, मेरी ये आस पूरी कर दियो। हाँ जी, अपन भगत जोगी कहो जाना। गुरु साहब ने वेख्या साडे ते शरधा रखदा है, प्रेम रखदा है जोगी। हाँ जी, श्री सतगुर तह संग बखाना। धन गुरु अमरदास साहब सच्चे पातशाह उस जोगी नूं कहण लगे, एह तन तज कै अपर तरीजै। महाराज कहन लगे जोगी जी उम्र पुग गई है, उम्र समाप्त हो चुकी है, हुण जे आनंद लैना है ना आ शरीर त्याग दिओ। महाराज कहन लगे। हाँ जी, पुन हम ढिग होए आनंद लीजै। कमाल दी गल है, जिउंदियां जी नहीं किया, शरीर त्याग के फिर साडे कोल आओ, फिर आनंद मिलेगा। कहन लगे। हाँ जी, इम सतगुर ते सुन कर गयो। वो गल समझ गया जी, जोगी सियाणा सी, वो गल सुन के चले गया। हाँ जी, इच्छा पूर्वक तन तज दयो। इच्छा पूर्वक तन तज दयो। उन्हें अपनी इच्छा के अनुसार लाई समाधि, शरीर छड्ड दिता जी। हाँ जी, और धर कर गुर को अनुरागा। पर जदों वो शरीर त्याग रहा सी, उन्हें गुरु अमरदास जी के चरणों का ध्यान धार लिया जी। जदों शरीर त्याग रहा सीगा, और धर कर गुर को अनुरागा, गुरु साहब जी के प्रति प्यार धार के हर सब जगते कर वैरागा। सारे जगत तो वैराग धारण करके धन गुरु अमरदास जी नूं चेते करदियां करदियां साध संगत जी उन्हें शरीर छड्ड दिता जी। वैसे एक दोहरा है, वो सुन लो, अगला तुहानूं पता लग जाएगा की बनिया उहदा। हाँ जी, दोहरा सो जोगी तर वासना, जन्म्यो गुरकुल माहे। गज के आखो। वो फिर जोगी मुड़ आउण दी आस लैके गुरु दी कुल विच उहदा जन्म होया जी। हाँ जी, हवै अनुसारी वासना, प्रगट्यो अपनी चाहे। इच्छा लैके प्रगट होया, मैनू आनंद चाहिदा है। पूर्वली कमाई सी। आ छोटे छोटे बच्चों की वीडियो आती है, कई बार वेख के हैरान हो जाइदा। वो जमदा ही कोई कीर्तन कर रहा है, कोई जमदा ही तबला बजाई जा रहा है, बड़े तालों च बजा रहा है, जमदे सुर ला रहे, कीर्तन कर रहे हैं।
ਅਸਲ ਵਿੱਚ ਉਹਨਾਂ ਦੀ ਪਿਛਲੇ ਜਨਮਾਂ ਦੀ ਵਾਸ਼ਨਾ ਰਹਿ ਗਈ ਹੁੰਦੀ ਹੈ, ਜੰਮਦਿਆਂ ਹੀ ਕੰਮ ਸ਼ੁਰੂ ਹੋ ਜਾਂਦਾ ਹੈ। ਇਹਨੂੰ ਵੀ ਸਾਧ ਸੰਗਤ ਜੀ, ਇਹਨੇ ਵੀ ਜੰਮਦਿਆਂ ਹੀ ਆਨੰਦ ਦੀ ਇੱਛਾ ਹੋਣੀ ਹੈ, ਤੇ ਮਹਾਰਾਜ ਨੇ ਜੰਮਦੇ ਨੂੰ ਆਨੰਦ ਦਾ ਹੀ ਗਿਫਟ ਦੇਣਾ ਹੈ। ਉਹ ਆਪਾਂ ਕੱਲ ਨੂੰ ਪ੍ਰਸੰਗ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਾਰੀ ਸੰਗਤ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ 5 ਮਿੰਟ ਗੁਰ